ਰਸੂਲ ਹਮਜ਼ਾ ਤੋਬ ਦੀ ਪੁਸਤਕ ਮੇਰਾ ਦਾਗਿਸਤਾਨ ਦਾ ਤੀਸਰਾ ਚੈਪਟਰ। ਸਿਰਲੇਖ ਹੈ ਇਸ ਕਿਤਾਬ ਦੇ ਭਾਵ ਤੇ ਇਸ ਦੇ ਨਾਂ ਬਾਰੇ। ਦਿਨ ਦਿਹਾੜ ਨੂੰ ਦਿੰਦਾ ਹੈ ਇਹ ਖੁਸ਼ੀਆਂ ਦਾ ਸੰਦੇਸ਼, ਕਦੀ ਇਹਦੀ ਟੁਣਕਾਰ ਸੁਝਾਵੇ ਬਿਪਤਾ ਅਤੇ ਕਲੇਸ਼। ਘੜਿਆਲ ਉੱਤੇ ਉਕਰੇ ਸ਼ਬਦ। ਸੂਰਵੀਰ ਸੀ ਪਿਤਾ, ਸਤਿਆਵਾਨ ਸੀ ਪਿਤਾ ਸਦਾ ਰਿਹਾ। ਨਾਮ ਉਸ ਦਾ ਸੰਭਾਲੀ, ਇੱਥੇ ਸੌਂ ਰਿਹਾ ਏ ਬਾਲ ਨਿੱਕਾ ਜਿਹਾ। ਵੱਡਾ ਹੋ ਕੇ ਉਸ ਦਾ ਖੰਜਰ ਇਹ ਗਲ ਵਿੱਚ ਪਾਏਗਾ, ਲਾਜ ਉਸ ਦੇ ਨਾਮ ਨੂੰ ਨਹੀਂ ਇਹ ਕਦੀ ਵੀ ਲਾਏਗਾ। ਪੰਘੂੜੇ ਉੱਤੇ ਉਕਰੇ ਸ਼ਬਦ। ਪਹਾੜਾਂ ਵਿੱਚ ਰਹਿਣ ਵਾਲੇ ਲਈ ਦੋ ਚੀਜ਼ਾਂ ਬੜੀਆਂ ਪਿਆਰੀਆਂ ਹੋਣੀਆਂ ਚਾਹੀਦੀਆਂ ਹਨ, ਆਪਣਾ ਪਪਾਖਾ ਤੇ ਆਪਣਾ ਨਾਂ। ਸਿਰਫ ਉਹ ਬੰਦਾ ਹੀ ਜਿਸ ਦਾ ਆਪਣੇ ਪਪਾਖਾ ਹੇਠ ਸਿਰ ਹੋਵੇ ਇਸ ਟੋਪ ਨੂੰ ਪਾ ਕੇ ਰੱਖ ਸਕੇਗਾ। ਸਿਰਫ ਉਹ ਬੰਦਾ ਹੀ ਜਿਸ ਦੇ ਦਿਲ ਵਿੱਚ ਅੱਗ ਹੈ ਆਪਣੇ ਨਾਂ ਨੂੰ ਪਾਕ ਪਵਿੱਤਰ ਰੱਖ ਸਕੇਗਾ। ਸਾਡੀ ਸਕਲੀਆ ਦੀ ਚਾਰ ਦੀਵਾਰੀ ਦੇ ਉੱਪਰਲੀ ਛੱਤ ਗੋਲੀਆਂ ਦੇ ਕਈ ਨਿਸ਼ਾਨਾਂ ਨਾਲ ਭਰੀ ਹੋਈ ਹੈ। ਮੇਰੇ ਪਿਤਾ ਜੀ ਦੇ ਦੋਸਤ ਆਪਣੀਆਂ ਪਿਸਤੌਲਾਂ ਵਿੱਚੋਂ ਛੱਤ ਉੱਤੇ ਗੋਲੀਆਂ ਚਲਾਉਂਦੇ ਤਾਂ ਕਿ ਆਸ-ਪਾਸ ਦੇ ਪਹਾੜਾਂ ਵਿੱਚ ਦੂਰ ਉੱਪਰ ਆਪਣੇ ਆਲਣਿਆਂ ਵਿੱਚ ਬੈਠੇ ਉਕਾਬਾਂ ਨੂੰ ਪਤਾ ਲੱਗ ਜਾਏ ਕਿ ਉਹਨਾਂ ਦਾ ਭਰਾ ਪੈਦਾ ਹੋਇਆ ਹੈ। ਦਾਗਿਸਤਾਨ ਵਿੱਚ ਇੱਕ ਹੋਰ ਉਕਾਬ ਪੈਦਾ ਹੋ ਗਿਆ ਹੈ। ਬੇਸ਼ੱਕ ਗੋਲੀ ਚਲਾਉਣਾ ਪੁੱਤਰ ਪੈਦਾ ਨਹੀਂ ਕਰੇਗਾ, ਪਰ ਪੁੱਤਰ ਦਾ ਜਨਮ ਮਨਾਉਣ ਲਈ ਗੋਲੀ ਲੱਭਣੀ ਹਮੇਸ਼ਾ ਲਾਜ਼ਮੀ ਹੈ। ਮੇਰੇ ਪਿਤਾ ਜੀ ਦੇ ਇੱਕ ਦੋਸਤ ਨੇ ਮੇਰੇ ਸਨਮਾਨ ਵਿੱਚ 2 ਗੋਲੀਆਂ ਚਲਾਈਆਂ, ਛੱਤ ਵਿੱਚ ਜਦੋਂ ਮੈਂ ਜਨਮਿਆ ਤੇ ਫਰਸ਼ ਉੱਤੇ ਜਦੋਂ ਮੇਰਾ ਨਾਮ ਰੱਖਿਆ ਗਿਆ। ਮਾਂ ਨੇ ਮੈਨੂੰ ਦੱਸਿਆ ਕਿ ਮੇਰਾ ਨਾਮ ਕਿਸ ਤਰ੍ਹਾਂ ਰੱਖਿਆ ਗਿਆ ਸੀ। ਮੈਂ ਆਪਣੇ ਪਰਿਵਾਰ ਵਿੱਚ ਤੀਜਾ ਬੇਟਾ ਸਾਂ। ਇੱਕ ਕੁੜੀ ਵੀ ਸੀ, ਮੇਰੀ ਭੈਣ, ਪਰ ਅਸੀਂ ਮਰਦਾਂ ਦੀ ਗੱਲ ਕਰ ਰਹੇ ਹਾਂ, ਬੇਟਿਆਂ ਦੀ। ਪਹਿਲੇ ਬੇਟੇ ਦਾ ਨਾਂ ਉਸ ਦੇ ਜਨਮ ਤੋਂ ਵੀ ਬਹੁਤ ਪਹਿਲਾਂ ਪਤਾ ਸੀ, ਕਿਉਂਕਿ ਰੀਤ ਅਨੁਸਾਰ ਉਸ ਨੂੰ ਆਪਣੇ ਸਵਰਗਵਾਸੀ ਬਾਬੇ ਦਾ ਨਾਮ ਦਿੱਤਾ ਜਾਂਦਾ ਹੈ। ਔਲ ਦੇ ਹਰ ਬਾਸੀ ਨੂੰ ਇਹ ਯਾਦ ਸੀ ਤੇ ਸਾਰੇ ਕਹਿੰਦੇ ਸਨ ਕਿ ਹਮਜ਼ਾਦ ਪਰਿਵਾਰ ਵਿੱਚ ਜਲਦੀ ਹੀ ਇੱਕ ਹੋਰ ਮੁਹੰਮਦ ਪੈਦਾ ਹੋਵੇਗਾ। ਮੇਰੇ ਬਾਬੇ ਦੇ ਵਿਹੜੇ ਵਿੱਚ ਕਦੀ ਕੋਈ ਚੌਪਾਇਆ ਜਾਨਵਰ ਨਹੀਂ ਸੀ ਵੜਿਆ, ਸਿਵਾਏ ਸ਼ਾਇਦ ਕੁੱਤਿਆਂ ਜਾਂ ਬਿੱਲੀਆਂ ਦੇ। ਉਹ ਸ਼ਾਇਦ ਹੀ ਹੈ ਕਦੀ ਕੰਬਲ ਹੇਠ ਸੁੱਤਾ ਹੋਵੇ। ਹੇਠਾਂ ਪਾਉਣ ਵਾਲੇ ਕੱਪੜਿਆਂ ਦਾ ਵੀ ਤਾਂ ਉਸ ਨੂੰ ਮਤਲਬ ਹੀ ਨਹੀਂ ਸੀ ਪਤਾ। ਦੁਨੀਆ ਵਿੱਚ ਕੋਈ ਵੀ ਡਾਕਟਰ ਇਸ ਗੱਲ ਦੀ ਫੜ ਨਹੀਂ ਸੀ ਮਾਰ ਸਕਦਾ ਕਿ ਉਸਨੇ ਕਦੀ ਉਸ ਦੇ ਦੰਦ ਦੇਖੇ ਹੋਣ, ਉਸ ਦੀ ਨਬਜ਼ ਦੇਖੀ ਹੋਵੇ, ਉਸ ਨੂੰ ਡੂੰਘੇ ਸਾਹ ਜਾਂ ਹੌਲੀ-ਹੌਲੀ ਸਾਹ ਲੈਣ ਲਈ ਕਿਹਾ ਹੋਵੇ, ਜਾਂ ਆਮ ਕਰਕੇ ਉਸ ਦੇ ਸਰੀਰ ਦਾ ਮੁਆਇਨਾ ਕੀਤਾ ਹੋਵੇ। ਨਾ ਹੀ ਔਲ ਵਿੱਚ ਕਿਸੇ ਨੂੰ ਉਸ ਦੇ ਜੰਮਣ ਮਰਨ ਦੀਆਂ ਤਰੀਕਾਂ ਦਾ ਹੀ ਠੀਕ-ਠੀਕ ਪਤਾ ਸੀ। ਜੇ ਪਿਤਾ ਜੀ ਦਾ ਨਾਂ ਮਲੀਨ ਕਰਨ ਲਈ ਲਿਖੇ ਗਏ ਬਿਆਨ ਉੱਤੇ ਯਕੀਨ ਕੀਤਾ ਜਾ ਸਕਦਾ ਹੋਵੇ ਤਾਂ ਬਾਬੇ ਮੁਹੰਮਦ ਨੂੰ ਕੁਝ ਅਰਬੀ ਵੀ ਆਉਂਦੀ ਸੀ। ਮੇਰੇ ਪਿਤਾ ਜੀ ਨੇ ਆਪਣੇ ਪਹਿਲੇ ਬੱਚੇ ਨੂੰ, ਮੇਰੇ ਸਭ ਤੋਂ ਵੱਡੇ ਭਰਾ ਨੂੰ ਉਸ ਦਾ ਨਾਮ ਦਿੱਤਾ ਸੀ। ਪਿਤਾ ਜੀ ਦਾ ਇੱਕ ਚਾਚਾ ਵੀ ਸੀ ਜਿਹੜਾ ਦੂਜੇ ਬੇਟੇ ਦੇ ਜਨਮ ਤੋਂ ਜਰਾ ਹੀ ਪਹਿਲਾਂ ਚੱਲ ਵਸਿਆ ਸੀ। ਚਾਚੇ ਦਾ ਨਾਂ ਅਖੀਲਚੀ ਸੀ। ਸੋ ਇੱਕ ਹੋਰ ਅਖੀਲਚੀ ਪੈਦਾ ਹੋ ਗਿਆ ਹੈ। ਔਲ ਦੇ ਵਾਸੀ ਖੁਸ਼ੀ ਨਾਲ ਕੂਕ ਉੱਠੇ ਜਦੋਂ ਸਾਡੇ ਪਰਿਵਾਰ ਵਿੱਚ ਦੂਜਾ ਬੇਟਾ ਪੈਦਾ ਹੋਇਆ। ਸਾਡਾ ਅਖੀਲਚੀ ਮੁੜ ਆਇਆ ਹੈ। ਸ਼ਾਲਾ ਇਹ ਚੰਗਾ ਸ਼ਗਨ ਹੋਵੇ, ਨਾ ਕਿ ਬਦਕਿਸਮਤੀ ਦਾ ਚਿੰਨ੍ਹ। ਜੇ ਉਸ ਦੀ ਸਕਲੀਆ ਉੱਤੇ ਕੋਈ ਕਾਂ ਆ ਬੈਠਦਾ, ਸ਼ਾਲਾ ਵੱਡਾ ਹੋ ਕੇ ਮੁੰਡੇ ਦਾ ਸੁਭਾਅ ਇੰਨਾ ਹੀ ਉੱਤਮ ਹੋਵੇ ਜਿੰਨਾ ਉਸਦਾ ਸੀ ਜਿਸ ਦਾ ਉਸ ਨੂੰ ਹੁਣ ਨਾਂ ਦਿੱਤਾ ਗਿਆ ਹੈ। ਜਦੋਂ ਮੇਰੇ ਹੋਣ ਦਾ ਸਮਾਂ ਨੇੜੇ ਆਇਆ ਤਾਂ ਪਿਤਾ ਜੀ ਕੋਲ ਰੱਖਣ ਲਈ ਕੋਈ ਹੋਰ ਨਾਮ ਨਹੀਂ ਸੀ, ਜਾਂ ਕੋਈ ਰਿਸ਼ਤੇਦਾਰ ਜਾਂ ਦੋਸਤ ਨਹੀਂ ਸਨ ਜਿਹੜੇ ਹੁਣੇ-ਹੁਣੇ ਕਾਲਵਸ ਹੋਏ ਹੁੰਦੇ ਜਾਂ ਵਿਦੇਸ਼ਾਂ ਵਿੱਚ ਗੁੰਮ ਹੋਏ ਹੁੰਦੇ, ਕੋਈ ਵੀ ਜਿਸ ਦਾ ਨਾਮ ਮੈਨੂੰ ਸਾਰੀ ਉਮਰ ਮਾਣ ਨਾਲ ਰੱਖਣ ਲਈ ਬਖਸ਼ਿਆ ਜਾ ਸਕੇ। ਜਦੋਂ ਮੇਰਾ ਜਨਮ ਹੋਇਆ ਤਾਂ ਪਿਤਾ ਜੀ ਨੇ ਆਪਣੀ ਔਲ ਦੇ ਸਭ ਤੋਂ ਵੱਧ ਸਤਿਕਾਰਯੋਗ ਲੋਕਾਂ ਨੂੰ ਨਾਮ ਸੰਸਕਾਰ ਲਈ ਆਪਣੇ ਘਰ ਬੁਲਾਇਆ।
ਉਹ ਸਕਲੀਆ ਵਿੱਚ ਇੰਜ ਗੈਰ ਗੰਭੀਰ ਤੇ ਸਹਿਜ ਸੁਭਾਅ ਆਣ ਵਿਰਾਜੇ ਜਿਵੇਂ ਉਹਨਾਂ ਸਾਹਮਣੇ ਸਾਰੇ ਦੇਸ਼ ਦੀ ਹੋਣੀ ਦਾ ਫੈਸਲਾ ਕਰਨ ਦਾ ਕੰਮ ਰੱਖਿਆ ਗਿਆ ਹੋਵੇ। ਉਹਨਾਂ ਵਿੱਚੋਂ ਹਰ ਇੱਕ ਦੇ ਹੱਥ ਵਿੱਚ ਸਾਡੇ ਬਲਹਾਰ ਕੁਮਾਰਾਂ ਦੀ ਕਿਰਤ ਸ਼ਰਾਬ ਪੀਣ ਵਾਲਾ ਇੱਕ ਗੋਲ ਪਿਆਲਾ ਸੀ। ਬੇਸ਼ੱਕ ਕੱਪ ਝੱਗ ਵਾਲੀ ਬੂਜ਼ਾ ਨਾਲ ਭਰੇ ਪਏ ਸਨ। ਸਿਰਫ ਇੱਕ ਆਦਮੀ, ਉਹਨਾਂ ਵਿੱਚੋਂ ਸਭ ਤੋਂ ਬਜ਼ੁਰਗ, ਦੁੱਧ ਚਿੱਟੇ ਵਾਲਾਂ ਤੇ ਦਾੜੀ ਵਾਲੇ ਪੈਗੰਬਰ ਵਾਂਗ ਲੱਗਦੇ ਇੱਕ ਬਜ਼ੁਰਗ ਨੇ ਹੀ ਹੱਥਾਂ ਵਿੱਚ ਕੁਝ ਨਹੀਂ ਸੀ ਫੜਿਆ ਹੋਇਆ। ਇਹ ਬਜ਼ੁਰਗ ਸੀ ਜਿਹਦੇ ਹੱਥਾਂ ਵਿੱਚ ਮਾਂ ਨੇ ਮੈਨੂੰ ਦੇ ਦਿੱਤਾ ਜਦੋਂ ਉਹ ਨਾਲ ਦੇ ਕਮਰੇ ਵਿੱਚੋਂ ਦਾਖਲ ਹੋਈ। ਮੈਂ ਬਜ਼ੁਰਗ ਦੀਆਂ ਬਾਹਾਂ ਵਿੱਚ ਘੋਲ ਕਰਨ ਲੱਗਾ, ਜਦਕਿ ਮੇਰੀ ਮਾਂ ਨੇ ਉਸ ਨੂੰ ਸੰਬੋਧਨ ਕਰਦਿਆਂ ਕਿਹਾ, ਮੇਰੇ ਵਿਆਹ ਉੱਤੇ ਤੁਸੀਂ ਆਪਣੇ ਗੀਤ ਗਾਏ ਸਨ, ਕਦੀ ਪੰਡੂਰ ਵਜਾਉਂਦਿਆਂ ਕਦੀ ਡੱਫ ਵਜਾਉਂਦਿਆਂ। ਤੁਹਾਡੇ ਗੀਤ ਸੋਹਣੇ ਸਨ। ਤੁਸੀਂ ਹੁਣ ਕਿਹੜਾ ਗੀਤ ਗਾਓਗੇ ਜਿਸ ਵੇਲੇ ਤੁਹਾਡੀਆਂ ਬਾਹਾਂ ਵਿੱਚ ਮੇਰਾ ਬੱਚਾ ਹੈ? ਭਾਗਵਾਨੇ, ਗੀਤ ਤੂੰ ਗਾਏਂਗੀ ਮਾਂ ਵਜੋਂ, ਜਦੋਂ ਤੂੰ ਇਸ ਦਾ ਪੰਘੂੜਾ ਹਿਲਾ ਰਹੀ ਹੋਵੇਗੀ। ਮਗਰੋਂ ਪੰਛੀ ਤੇ ਦਰਿਆ ਹੋਣਗੇ ਜਿਹੜੇ ਇਸ ਨੂੰ ਗਾਣਾ ਸੁਣਾਉਣਗੇ। ਤਲਵਾਰਾਂ ਤੇ ਗੋਲੀਆਂ ਵੀ ਇਸ ਨੂੰ ਗੀਤ ਸੁਣਾਉਣਗੀਆਂ, ਪਰ ਸ਼ਾਲਾ ਇਸ ਦੀ ਪਤਨੀ ਇਸ ਨੂੰ ਉਹ ਗੀਤ ਸੁਣਾਏ ਜਿਹੜਾ ਸਭ ਗੀਤਾਂ ਤੋਂ ਸੁੰਦਰ ਹੋਵੇ। ਤਾਂ ਫਿਰ ਇਸ ਲਈ ਨਾਮ ਚੁਣੋ ਤਾਂ ਕਿ ਮੈਂ, ਇਸ ਦੀ ਮਾਂ, ਸਾਡੀ ਸਾਰੀ ਔਲ ਤੇ ਸਾਰਾ ਦਾਗਿਸਤਾਨ ਉਹ ਨਾਂ ਸੁਣ ਸਕੇ ਜਿਹੜਾ ਹੁਣ ਤੁਸੀਂ ਇਸ ਨੂੰ ਦੇਵੋਗੇ। ਬਜ਼ੁਰਗ ਨੇ ਮੈਨੂੰ ਉਤਾਂ ਛੱਤ ਵੱਲ ਨੂੰ ਚੁੱਕਿਆ ਤੇ ਬੋਲਿਆ, ਕੁੜੀ ਦਾ ਨਾਂ ਸਿਤਾਰੇ ਦੀ ਚਮਕ ਵਾਂਗ ਜਾਂ ਫੁੱਲ ਦੀ ਸੁਗੰਧੀ ਵਾਂਗ ਹੋਣਾ ਚਾਹੀਦਾ ਹੈ। ਆਦਮੀ ਦਾ ਨਾਂ ਤਲਵਾਰਾਂ ਦੀ ਖੜਕਾਰ ਜਾਂ ਗ੍ਰੰਥਾਂ ਦੀ ਸਿਆਣਪ ਵਰਗਾ ਹੋਣਾ ਚਾਹੀਦਾ ਹੈ। ਕਿਤਾਬਾਂ ਤੋਂ ਮੈਨੂੰ ਕਈ ਨਾਮਾਂ ਦਾ ਪਤਾ ਲੱਗਾ। ਤਲਵਾਰਾਂ ਦੀ ਗੁੰਜਾਰ ਵਿੱਚੋਂ ਵੀ ਕਈ ਨਾਂ ਮੇਰੇ ਕੰਨੀ ਪਏ ਨੇ। ਮੇਰੇ ਗ੍ਰੰਥ ਤੇ ਮੇਰੀਆਂ ਤਲਵਾਰਾਂ ਇੱਕ ਨਾਂ ਮੇਰੇ ਕੰਨਾਂ ਵਿੱਚ ਲੈ ਰਹੀਆਂ ਨੇ। ਇਹ ਨਾਂ ਹੈ ਰਸੂਲ। ਫਿਰ ਬਜ਼ੁਰਗ, ਜਿਹੜਾ ਪੈਗੰਬਰ ਵਾਂਗ ਲੱਗਦਾ ਸੀ, ਮੇਰੇ ਉੱਤੇ ਝੁਕਿਆ ਤੇ ਹੌਲੀ ਜਿਹੀ ਮੇਰੇ ਇੱਕ ਕੰਨ ਵਿੱਚ ਬੋਲਿਆ, ਰਸੂਲ, ਤੇ ਉੱਚੀ ਸਾਰੀ ਦੂਜੇ ਕੰਨ ਵਿੱਚ ਚੀਕਿਆ, ਰਸੂਲ। ਉਸਨੇ ਰੋਂਦਾ ਬੱਚਾ ਉਸ ਦੀ ਮਾਂ ਦੇ ਹਵਾਲੇ ਕਰ ਦਿੱਤਾ ਤੇ ਉਸ ਨੂੰ ਤੇ ਬਾਕੀ ਸਾਰਿਆਂ ਨੂੰ ਸੰਬੋਧਨ ਕਰਦਿਆਂ ਉਹ ਬੋਲਿਆ, ਆਹ ਦੇਖੋ ਰਸੂਲ। ਸਕਲੀਆ ਵਿਚਲੀ ਚੁੱਪ ਨੇ ਮੇਰੇ ਨਾਂ ਦੀ ਪੁਸ਼ਟੀ ਕੀਤੀ। ਪੰਚਾਂ ਨੇ ਆਪਣੇ ਪਿਆਲੇ ਖਾਲੀ ਕੀਤੇ, ਪੁੱਠੇ ਹੱਥਾਂ ਨਾਲ ਆਪਣੀਆਂ ਮੁੱਛਾਂ ਪੂੰਝੀਆਂ, ਹੁੰਗਾਰੇ ਨਾਲ ਰਜ਼ਾਮੰਦੀ ਜ਼ਾਹਰ ਕੀਤੀ। ਪਰਬਤਵਾਸੀ ਨੂੰ ਦੋ ਚੀਜ਼ਾਂ ਪਿਆਰੀਆਂ ਹੋਣੀਆਂ ਚਾਹੀਦੀਆਂ ਨੇ, ਉਸ ਦਾ ਪਾਪਾਖਾ ਤੇ ਉਸ ਦਾ ਨਾਂ। ਪਾਪਾਖਾ ਹੋ ਸਕਦਾ ਹੈ ਸਿਰ ਲਈ ਬੜਾ ਭਾਰਾ ਸਾਬਤ ਹੋਵੇ, ਇਸੇ ਤਰ੍ਹਾਂ ਨਾਂ ਵੀ ਸਾਬਤ ਹੋ ਸਕਦਾ ਹੈ। ਲੱਗਦਾ ਏ ਕਿ ਬੱਗੇ ਵਾਲਾਂ ਵਾਲੇ ਬਜ਼ੁਰਗ ਨੇ, ਜਿਹੜਾ ਬਹੁਤ ਘੁੰਮਿਆ ਹੋਇਆ ਤੇ ਬਹੁਤ ਪੜ੍ਹਿਆ ਹੋਇਆ ਸੀ, ਮੇਰੇ ਨਾਂ ਵਿੱਚ ਖਾਸ ਅਰਥ ਤੇ ਮੰਤਵ ਭਰ ਦਿੱਤੇ। ਰਸੂਲ ਅਰਬੀ ਦਾ ਲਫ਼ਜ਼ ਹੈ ਜਿਸ ਦਾ ਮਤਲਬ ਹੈ ਸੰਦੇਸ਼ ਵਾਹਕ, ਜਾਂ ਵਧੇਰੇ ਠੀਕ ਹੋਵੇਗਾ ਪ੍ਰਤੀਨਿਧ। ਤਾਂ ਮੈਂ ਕਿਸ ਦਾ ਸੰਦੇਸ਼ ਵਾਹਕ, ਕਿਸ ਦਾ ਪ੍ਰਤੀਨਿਧ ਹਾਂ? ਆਪਣੀ ਨੋਟਬੁੱਕ ਵਿੱਚੋਂ ਬੈਲਜੀਅਮ। ਮੈਂ ਦੁਨੀਆ ਭਰ ਤੋਂ ਆਏ ਵੱਖੋ ਵੱਖਰੀਆਂ ਕੌਮਾਂ ਤੇ ਦੇਸ਼ਾਂ ਦੇ ਕਵੀਆਂ ਦੇ ਇਕੱਠ ਵਿੱਚ ਹਿੱਸਾ ਲੈ ਰਿਹਾ ਹਾਂ। ਜਿਹੜਾ ਵੀ ਕੋਈ ਬੋਲਣ ਲਈ ਉੱਠਦਾ, ਉਹ ਆਪਣੇ ਲੋਕਾਂ ਬਾਰੇ, ਉਹਨਾਂ ਦੇ ਸੱਭਿਆਚਾਰ, ਕਵਿਤਾ ਤੇ ਭਵਿੱਖ ਬਾਰੇ ਦੱਸਦਾ। ਪਰ ਕੁਝ ਐਸੇ ਪ੍ਰਤੀਨਿਧ ਵੀ ਹਨ ਜਿਹੜੇ ਲੰਡਨ ਤੋਂ ਹੰਗੇਰੀਅਨ, ਪੈਰਿਸ ਤੋਂ ਐਸਤੋਨੀਅਨ ਤੇ ਸਾਨ ਫਰਾਂਸਿਸਕੋ ਤੋਂ ਪੋਲ। ਇੰਜ ਸੀ ਇਹ ਕਿਸਮਤ ਨੇ ਉਹਨਾਂ ਲੋਕਾਂ ਨੂੰ ਵੱਖੋ ਵੱਖਰੇ ਦੇਸ਼ਾਂ ਵਿੱਚ, ਸਮੁੰਦਰਾਂ ਤੋਂ ਪਾਰ, ਪਹਾੜਾਂ ਤੋਂ ਪਾਰ, ਆਪਣੀ ਜਨਮ ਭੂਮੀ ਤੋਂ ਦੂਰ ਦਰਾਡੇ ਫੈਲਾ ਦਿੱਤਾ ਸੀ। ਮੈਨੂੰ ਸਭ ਤੋਂ ਵੱਧ ਹੈਰਾਨੀ ਇੱਕ ਕਵੀ ਉੱਤੇ ਹੋਈ ਜਿਸ ਨੇ ਐਲਾਨ ਕੀਤਾ, ਸੱਜਣੋ, ਤੁਸੀਂ ਇੱਥੇ ਵੱਖੋ ਵੱਖਰੇ ਦੇਸ਼ਾਂ ਤੋਂ ਆਏ ਹੋ, ਤੁਸੀਂ ਵੱਖੋ ਵੱਖਰੀਆਂ ਕੌਮਾਂ ਦੇ ਪ੍ਰਤੀਨਿਧ ਹੋ। ਸਿਰਫ ਮੈਂ ਹੀ ਕਿਸੇ ਖਾਸ ਕੌਮ ਦੀ ਤੇ ਕਿਸੇ ਖਾਸ ਦੇਸ਼ ਦੀ ਪ੍ਰਤੀਨਿਧਤਾ ਨਹੀਂ ਕਰਦਾ। ਮੈਂ ਸਭ ਕੌਮਾਂ ਤੇ ਸਭ ਦੇਸ਼ਾਂ ਦੀ ਪ੍ਰਤੀਨਿਧਤਾ ਕਰਦਾ ਹਾਂ।
ਮੈਂ ਕਵਿਤਾ ਦੀ ਪ੍ਰਤੀਨਿਧਤਾ ਕਰਦਾ ਹਾਂ। ਹਾਂ, ਮੈਂ ਕਵਿਤਾ ਹਾਂ। ਮੈਂ ਉਹ ਸੂਰਜ ਹਾਂ ਜਿਹੜਾ ਸਾਰੀ ਦੁਨੀਆ ਲਈ ਚਮਕਦਾ ਹੈ। ਮੈਂ ਉਹ ਵਰਖਾ ਹਾਂ ਜਿਹੜੀ ਜ਼ਮੀਨ ਨੂੰ ਪਾਣੀ ਦਿੰਦੀ ਹੈ। ਇਸ ਦੀ ਕੌਮੀਅਤ ਬਾਰੇ ਜ਼ਰਾ ਵੀ ਕੁਝ ਸੋਚੇ ਬਿਨਾਂ ਮੈਂ ਐਸਾ ਦਰਖਤ ਹਾਂ ਜਿਹੜਾ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਇੱਕੋ ਜਿੰਨਾ ਵੱਧ ਫੁੱਲ ਸਕਦਾ ਹੈ। ਇੰਨਾ ਕਹਿ ਕੇ ਉਹ ਮੰਚ ਤੋਂ ਉੱਤਰ ਆਇਆ। ਸਰੋਤਿਆਂ ਵਿੱਚੋਂ ਕਈਆਂ ਨੇ ਤਾੜੀਆਂ ਵਜਾਈਆਂ। ਮੈਂ ਸੋਚਣ ਲੱਗ ਪਿਆ, ਉਹ ਠੀਕ ਹੈ, ਸੱਚਮੁੱਚ ਅਸੀਂ ਕਵੀ ਸਾਰੀ ਦੁਨੀਆ ਲਈ ਜ਼ਿੰਮੇਵਾਰ ਹਾਂ, ਪਰ ਜਿਹੜਾ ਕੋਈ ਆਪਣੀ ਜਨਮ ਭੂਮੀ ਲਈ ਪਿਆਰ ਨਹੀਂ ਰੱਖਦਾ ਉਹ ਸਾਰੀ ਦੁਨੀਆ ਦੀ ਪ੍ਰਤੀਨਿਧਤਾ ਨਹੀਂ ਕਰ ਸਕਦਾ। ਮੇਰੇ ਲਈ ਉਹ ਉਸ ਆਦਮੀ ਵਾਂਗ ਹੈ ਜਿਹੜਾ ਆਪਣੀ ਜਨਮ ਭੂਮੀ ਤੋਂ ਨਿਕਲ ਆਇਆ ਹੈ, ਕਿਸੇ ਹੋਰ ਦੇਸ਼ ਵਿੱਚ ਰਹਿਣ ਲੱਗ ਪਿਆ ਹੈ ਤੇ ਘਰ ਵਸਾ ਲਿਆ ਹੈ ਤੇ ਆਪਣੀ ਸੱਸ ਨੂੰ ਮਾਂ ਕਹਿੰਦਾ ਹੈ। ਸੱਸ ਦੇ ਖਿਲਾਫ ਮੈਨੂੰ ਕੋਈ ਗਿਲਾ ਨਹੀਂ, ਪਰ ਮਾਂ ਤੋਂ ਬਿਨਾਂ ਕੋਈ ਮਾਂ ਨਹੀਂ ਹੋ ਸਕਦੀ। ਜਦੋਂ ਤੁਹਾਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਕੌਣ ਹੋ, ਤਾਂ ਤੁਸੀਂ ਪ੍ਰਮਾਣ ਪੇਸ਼ ਕਰਦੇ ਹੋ ਆਪਣਾ ਪਾਸਪੋਰਟ, ਜਿਹੜਾ ਤੁਹਾਡੇ ਬਾਰੇ ਸਭ ਵਿਸਥਾਰ ਦਿੰਦਾ ਹੈ। ਜਦੋਂ ਕਿਸੇ ਕੌਮ ਨੂੰ ਪੁੱਛਿਆ ਜਾਂਦਾ ਹੈ ਕਿ ਉਹ ਕੀ ਹੈ, ਤਾਂ ਉਹ ਲਿਖਤੀ ਪ੍ਰਮਾਣ ਵਾਂਗ ਹੀ ਆਪਣੇ ਸਾਇੰਸਦਾਨਾਂ, ਆਪਣੇ ਲੇਖਕਾਂ, ਆਪਣੇ ਕਲਾਕਾਰਾਂ ਤੇ ਆਪਣੇ ਸਿਆਸਤਦਾਨਾਂ ਨੂੰ ਪੇਸ਼ ਕਰਦੀ ਹੈ। ਚੜ੍ਹਦੀ ਜਵਾਨੀ ਤੋਂ ਹੀ ਬੰਦੇ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਉਹ ਦੁਨੀਆ ਵਿੱਚ ਆਪਣੀ ਕੌਮ ਦਾ ਪ੍ਰਤੀਨਿਧ ਬਣ ਕੇ ਆਇਆ ਹੈ ਤੇ ਉਸਨੂੰ ਉਹ ਰੋਲ ਧਾਰਨ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ। ਆਦਮੀ ਨੂੰ ਇੱਕ ਨਾਂ, ਪਪਾਖਾ ਤੇ ਹਥਿਆਰ ਦਿੱਤਾ ਜਾਂਦਾ ਹੈ। ਪੰਘੂੜੇ ਤੋਂ ਹੀ ਉਸਨੂੰ ਆਪਣੀ ਕੌਮ ਦੇ ਗੀਤ ਸਿਖਾਏ ਜਾਂਦੇ ਹਨ। ਜਦੋਂ ਮੇਰੀ ਕਿਸਮਤ ਮੈਨੂੰ ਕਿਸੇ ਕੋਨੇ ਵਿੱਚ ਵੀ ਲੈ ਜਾਏ, ਮੈਂ ਹਮੇਸ਼ਾ ਹੀ ਆਪਣੇ ਆਪ ਨੂੰ ਉਸ ਧਰਤੀ ਦਾ, ਉਹਨਾਂ ਪਹਾੜਾਂ ਦਾ ਤੇ ਉਸ ਔਲ ਦਾ ਪ੍ਰਤੀਨਿਧ ਸਮਝਦਾ ਹਾਂ ਜਿੱਥੇ ਮੈਂ ਸਭ ਤੋਂ ਪਹਿਲਾਂ ਘੋੜੇ ਉੱਤੇ ਕਾਠੀ ਪਾਉਣੀ ਸਿੱਖੀ। ਮੈਂ ਜਿੱਥੇ ਵੀ ਕਿਤੇ ਹੋਵਾਂ ਆਪਣੇ ਆਪ ਨੂੰ ਆਪਣੇ ਦਾਗਿਸਤਾਨ ਦਾ ਵਿਸ਼ੇਸ਼ ਪੱਤਰ ਪ੍ਰੇਰਕ ਸਮਝਦਾ ਹਾਂ, ਪਰ ਜਦੋਂ ਮੈਂ ਆਪਣੇ ਦਾਗਿਸਤਾਨ ਵਾਪਸ ਆਉਂਦਾ ਹਾਂ ਤਾਂ ਸਮੁੱਚੇ ਤੌਰ ਉੱਤੇ ਮਨੁੱਖਾ ਸੱਭਿਆਚਾਰ ਦੇ ਵਿਸ਼ੇਸ਼ ਪੱਤਰ ਪ੍ਰੇਰਕ ਵਜੋਂ ਆਪਣੇ ਸਾਰੇ ਦੇਸ਼ ਦੇ, ਸਗੋਂ ਸਾਰੀ ਦੁਨੀਆ ਦੇ ਵੀ ਪ੍ਰਤੀਨਿਧ ਵਜੋਂ ਵਾਪਸ ਆਉਂਦਾ ਹਾਂ। ਦੇਸ਼ਾਂ ਵਿੱਚੋਂ ਦੇਸ਼ ਆਪਣੇ ਦੀ ਗੱਲ ਕਰਨੀ ਚਾਹਾਂ ਮੈਂ ਜਿਵੇਂ, ਪਰ ਇੱਕ ਵੀ ਅੱਖਰ ਬੋਲ ਨਹੀਂ ਸਕਦਾ। ਨਾਲ ਆਪਣੇ ਲਿਆਇਆ ਹਾਂ ਮੈਂ ਭਰੀਆਂ ਪੰਡਾਂ, ਪਰ ਕੰਬਖਤੀ ਉਹਨਾਂ ਨੂੰ ਮੈਂ ਖੋਲ ਨਹੀਂ ਸਕਦਾ। ਕੋਈ ਟੁਣਕਵਾਂ ਗੀਤ ਆਪਣੀ ਮਾਂ ਬੋਲੀ ਵਿੱਚ ਦੁਨੀਆ ਬਾਰੇ ਮੈਂ ਹਾਲੇ ਤੱਕ ਗਾ ਨਹੀਂ ਸਕਿਆ। ਮੋਢਿਆਂ ਉੱਤੇ ਲੈ ਆਇਆ ਸੰਦੂਕ ਉਠਾ ਕੇ, ਪਰ ਉਸ ਨੂੰ ਖੋਲ੍ਹਣ ਦੀ ਕੁੰਜੀ ਮੈਂ ਪਾ ਨਹੀਂ ਸਕਿਆ। ਆਪਣੀ ਸਕਲੀਆ ਦੀ ਪੱਧਰੀ ਛੱਤ ਉੱਤੇ ਮੈਂ ਤੇ ਮੇਰੇ ਪਿੰਡ ਵਾਸੀ ਹੁੰਦੇ ਹਾਂ ਤਾਂ ਮੈਂ ਉਹਨਾਂ ਦੇ ਅਣਗਿਣਤ ਸਵਾਲਾਂ ਦਾ ਜਵਾਬ ਦਿੰਦਾ ਹਾਂ। ਦੂਰ ਦਰਾਡੇ ਦੇਸ਼ਾਂ ਵਿੱਚ ਤੈਨੂੰ ਆਪਣਾ ਕੋਈ ਸਾਥੀ, ਦੇਸ਼ਵਾਸੀ ਵੀ ਕੋਈ ਮਿਲਦਾ ਹੈ? ਦੁਨੀਆ ਵਿੱਚ ਹੋਰ ਕਿਤੇ ਸਾਡੇ ਪਹਾੜਾਂ ਵਰਗੇ ਪਹਾੜ ਹੈਗੇ ਨੇ? ਵਿਦੇਸ਼ਾਂ ਵਿੱਚ ਵੀ ਤੂੰ ਘਰ ਲਈ ਉਧਰਿਆ ਸੈਂ? ਸਾਡੀ ਔਲ ਤੈਨੂੰ ਯਾਦ ਆਈ ਸੀ? ਦੂਜੇ ਦੇਸ਼ਾਂ ਵਿੱਚ ਰਹਿੰਦੇ ਲੋਕ ਸਾਡੇ ਬਾਰੇ ਵੀ ਕੁਝ ਜਾਣਦੇ ਨੇ ਕਿ ਅਸੀਂ ਵੀ ਦੁਨੀਆ ਵਿੱਚ ਰਹਿੰਦੇ ਹਾਂ? ਮੈਂ ਜਵਾਬ ਦਿੰਦਾ ਹਾਂ, ਉਹ ਸਾਡੇ ਬਾਰੇ ਕੀ ਜਾਣ ਸਕਦੇ ਹਨ ਜੇ ਅਸੀਂ ਖੁਦ ਆਪਣੇ ਆਪ ਨੂੰ ਠੀਕ ਤਰ੍ਹਾਂ ਨਹੀਂ ਜਾਣਦੇ। ਅਸੀਂ 10 ਲੱਖ ਦੇ ਕਰੀਬ ਹਾਂ, ਦਾਗਿਸਤਾਨੀ ਪਹਾੜਾਂ ਦੀ ਚਟਾਨੀ ਮੁੱਠੀ ਵਿੱਚ ਇਕੱਠੇ ਹੋਏ 10 ਲੱਖ ਲੋਕ 40 ਵੱਖੋ ਵੱਖ ਬੋਲੀਆਂ ਬੋਲਦੇ। ਤਾਂ ਸਾਨੂੰ ਸਾਡੇ ਬਾਰੇ ਦੱਸ ਤੇ ਬਾਕੀ ਸਾਰੀ ਦੁਨੀਆ ਵਿੱਚ ਰਹਿਣ ਵਾਲਿਆਂ ਨੂੰ ਸਾਡੇ ਬਾਰੇ ਦੱਸ। ਸਾਰੀਆਂ ਸਦੀਆਂ ਵਿੱਚ ਸਾਡਾ ਇਤਿਹਾਸ ਤਲਵਾਰ ਤੇ ਕਟਾਰ ਨਾਲ ਲਿਖਿਆ ਜਾਂਦਾ ਰਿਹਾ ਹੈ। ਇਹਨਾਂ ਅੱਖਰਾਂ ਨੂੰ ਮਨੁੱਖਾ ਬੋਲੀ ਵਿੱਚ ਉਲਥਾ ਦੇ। ਜੇ ਤੂੰ ਇਹ ਨਹੀਂ ਕਰ ਸਕਦਾ, ਤੂੰ ਜਿਹੜਾ ਤਸਾਦਾ ਔਲ ਵਿੱਚ ਜੰਮਿਆ ਸੈਂ, ਤਾਂ ਹੋਰ ਕੋਈ ਵੀ ਇਹ ਕੰਮ ਤੇਰੇ ਲਈ ਨਹੀਂ ਕਰੇਗਾ। ਆਪਣੇ ਖਿਆਲਾਂ ਨੂੰ ਚੋਣਵੇਂ ਘੋੜਿਆਂ ਵਾਂਗ ਤਰਤੀਬ ਦੇ। ਹਰ ਘੋੜਾ ਦੂਜੇ ਜਿੰਨਾ ਹੀ ਯੋਗ ਹੋਵੇ, ਉਹਨਾਂ ਵਿੱਚੋਂ ਕੋਈ ਵੀ ਦੂਜੇ ਨਾਲੋਂ ਘੱਟ ਨਾ ਹੋਵੇ। ਆਪਣੇ ਵਿਚਾਰਾਂ ਨੂੰ ਡਰੇ ਹੋਏ ਘੋੜਿਆਂ ਵਾਂਗ ਜਾਂ ਮੱਝਾਂ ਦੇ ਵਗ ਵਾਂਗ
ਸਫ਼ਿਆਂ ਉੱਤੇ ਦੌੜਨ ਦੇ। ਆਪਣੇ ਵਿਚਾਰਾਂ ਨੂੰ ਲੁਕਾ ਕੇ ਨਾ ਰੱਖ। ਜੇ ਤੂੰ ਇੰਜ ਕਰੇਂਗਾ ਤਾਂ ਤੂੰ ਭੁੱਲ ਜਾਏਂਗਾ ਕਿ ਤੂੰ ਉਹਨਾਂ ਨੂੰ ਕਿੱਥੇ ਰੱਖਿਆ ਹੈ। ਉਸੇ ਤਰ੍ਹਾਂ ਜਿਸ ਤਰ੍ਹਾਂ ਕੋਈ ਕੰਜੂਸ ਉਸ ਗੁਪਤ ਥਾਂ ਨੂੰ ਭੁੱਲ ਜਾਂਦਾ ਹੈ ਜਿੱਥੇ ਉਸਨੇ ਆਪਣੇ ਪੈਸੇ ਲੁਕਾ ਕੇ ਰੱਖੇ ਹੁੰਦੇ ਹਨ, ਤੇ ਆਪਣੇ ਲਾਲਚ ਕਰਕੇ ਹੀ ਉਹਨਾਂ ਨੂੰ ਗੁਆ ਬੈਠਦਾ ਹੈ। ਪਰ ਆਪਣੇ ਵਿਚਾਰ ਕਿਸੇ ਨੂੰ ਨਾ ਦੱਸੀ। ਕੀਮਤੀ ਔਜ਼ਾਰ ਬੱਚੇ ਨੂੰ ਖੇਡਣ ਲਈ ਨਹੀਂ ਦੇਣਾ ਚਾਹੀਦਾ। ਉਹ ਔਜ਼ਾਰ ਤੋੜ ਦੇਵੇਗਾ, ਜਾਂ ਗਵਾ ਦੇਵੇਗਾ, ਜਾਂ ਫਿਰ ਆਪਣਾ ਕੋਈ ਅੰਗ ਕੱਟ ਲਵੇਗਾ। ਤੁਹਾਡੇ ਘੋੜੇ ਦੇ ਤੌਰ ਤਰੀਕੇ ਨੂੰ ਤੁਹਾਡੇ ਆਪਣੇ ਨਾਲੋਂ ਚੰਗਾ ਕੋਈ ਵੀ ਨਹੀਂ ਜਾਣ ਸਕਦਾ। ਉਸ ਰਸਤੇ ਬਾਰੇ ਇੱਕ ਵਾਰਤਾ ਜਿਸ ਉੱਤੇ ਮੇਰੇ ਪਿਤਾ ਜੀ ਚੱਲਿਆ ਕਰਦੇ ਸਨ। ਸਾਡੇ ਨਿੱਕੇ ਜਿਹੇ ਪਿੰਡ ਤਸਾਦਾ ਤੋਂ ਇੱਕ ਪੱਕੀ ਸੜਕ ਮਹੱਤਵਪੂਰਨ ਆਉਲ ਖੂਨ ਰਾਖ ਨੂੰ ਜਾਂਦੀ ਹੈ, ਜੋ ਕਿ ਜ਼ਿਲ੍ਹਾ ਕੇਂਦਰ ਹੈ। ਜਦੋਂ ਵੀ ਪਿਤਾ ਜੀ ਖੂਨ ਰਾਖ ਜਾਇਆ ਕਰਦੇ ਸਨ ਤਾਂ ਉਹ ਉਸ ਸਾਂਝੀ ਸੜਕ ਉੱਤੋਂ ਦੀ ਨਹੀਂ ਜਾਇਆ ਕਰਦੇ ਸਨ, ਸਗੋਂ ਆਪਣੇ ਹੀ ਚੁਣੇ ਹੋਏ ਪੈਸੇ ਉੱਤੋਂ ਦੀ ਜਾਂਦੇ ਹੁੰਦੇ ਸਨ। ਉਹਨਾਂ ਨੇ ਇਸ ਨੂੰ ਲੱਭਿਆ, ਬਣਾਇਆ ਤੇ ਹਰ ਸਵੇਰ ਤੇ ਹਰ ਸ਼ਾਮ ਵਰਤਿਆ ਸੀ। ਪਿਤਾ ਜੀ ਨੂੰ ਉੱਥੇ ਸ਼ਾਨਦਾਰ ਫੁੱਲ ਲੱਭਣ ਦਾ ਝੱਬ ਆਉਂਦਾ ਸੀ, ਜਿਨ੍ਹਾਂ ਨੂੰ ਉਹ ਹੋਰ ਵੀ ਵਿਚਿੱਤਰ ਗੁਲਦਸਤਿਆਂ ਵਿੱਚ ਤਰਤੀਬ ਦੇ ਦਿੰਦੇ ਸਨ। ਸਰਦੀਆਂ ਵਿੱਚ ਉਹ ਪੈਸੇ ਦੇ ਦੋਵੇਂ ਪਾਸੇ ਲੋਕਾਂ ਦੇ ਘੋੜਿਆਂ ਤੇ ਘੋੜਸਵਾਰਾਂ ਦੇ ਨਿੱਕੇ ਨਿੱਕੇ ਬੁੱਤ ਬਰਫ਼ ਨਾਲ ਬਣਾ ਦਿੰਦੇ ਸਨ। ਤਸਾਦਾ ਜਾਂ ਖੂਨ ਰਾਖ ਦੇ ਲੋਕ ਉੱਥੇ ਜਾਂਦੇ ਉਹਨਾਂ ਬੁੱਤਾਂ ਦੀ ਪ੍ਰਸ਼ੰਸਾ ਕਰਦੇ। ਫੁੱਲਾਂ ਦੇ ਗੁਲਦਸਤੇ ਕਦੇ ਦੇ ਕੁਮਲਾ ਚੁੱਕੇ ਨੇ ਤੇ ਬਰਫ਼ ਦੇ ਨਿੱਕੇ ਨਿੱਕੇ ਬੁੱਤ ਮੁੱਦਤਾਂ ਦੇ ਢਲ ਚੁੱਕੇ ਨੇ, ਪਰ ਦਾਗਿਸਤਾਨ ਦੇ ਫੁੱਲ ਤੇ ਪਹਾੜ ਵਾਸੀਆਂ ਦੇ ਚਿੱਤਰ ਪਿਤਾ ਜੀ ਦੀਆਂ ਕਵਿਤਾਵਾਂ ਵਿੱਚ ਜਿਉਂਦੇ ਨੇ। ਇੱਕ ਵਾਰੀ ਜਦੋਂ ਮੈਂ ਅਜੇ ਛੋਰਾ ਜਿਹਾ ਹੀ ਸਾਂ, ਪਿਤਾ ਜੀ ਅਜੇ ਜਿਉਂਦੇ ਸਨ, ਤਾਂ ਮੈਨੂੰ ਖੂਨ ਰਾਖ ਜਾਣ ਦਾ ਮੌਕਾ ਮਿਲਿਆ। ਮੈਂ ਪੱਕੀ ਸੜਕ ਤੋਂ ਲਾਂਭੇ ਚਲਾ ਗਿਆ ਤੇ ਆਪਣੇ ਪਿਤਾ ਜੀ ਵਾਲੇ ਪੈਸੇ ਉੱਤੇ ਪੈਰ ਰੱਖਣ ਹੀ ਵਾਲਾ ਸਾਂ ਕਿ ਇੱਕ ਬਜ਼ੁਰਗ ਦੀ ਨਜ਼ਰ ਮੇਰੇ ਉੱਤੇ ਪਈ। ਉਸਨੇ ਮੈਨੂੰ ਰੋਕ ਲਿਆ ਤੇ ਬੋਲਿਆ, ਆਪਣੇ ਪਿਤਾ ਦੇ ਬਣਾਏ ਪੈਸੇ ਨੂੰ ਛੱਡ ਦੇ, ਆਪਣਾ ਰਸਤਾ ਤੂੰ ਆਪ ਲੱਭ। ਮੈਂ ਉਸਦੀ ਸਲਾਹ ਮੰਨ ਲਈ ਤੇ ਕੋਈ ਹੋਰ ਰਾਹ ਲੱਭਣ ਲੱਗ ਪਿਆ। ਮੇਰੇ ਗੀਤਾਂ ਦਾ ਰਾਹ ਬੜਾ ਲੰਮਾ ਤੇ ਬੜਾ ਬਿਖੜਾ ਜਿਹਾ ਹੈ, ਪਰ ਮੈਂ ਅਜੇ ਵੀ ਇਸ ਉੱਤੇ ਚੱਲ ਰਿਹਾ ਹਾਂ ਤੇ ਖੁਦ ਆਪਣੇ ਗੁਲਦਸਤੇ ਲਈ ਫੁੱਲ ਚੁਗ ਰਿਹਾ ਹਾਂ। ਇਸ ਰਾਹ ਉੱਤੇ ਚੱਲਦਿਆਂ ਮੈਨੂੰ ਇਹ ਕਿਤਾਬ ਲਿਖਣ ਦਾ ਫੁਰਨਾ ਫੁਰਿਆ। ਇਹੋ ਜਿਹਾ ਵਿਚਾਰ ਫੁਰਨਾ ਗਰਭ ਠਹਿਰਨ ਦੇ ਕਾਰਜ ਵਾਂਗ ਹੈ। ਬੇਸ਼ੱਕ ਬੱਚਾ ਆਪਣੇ ਵੇਲੇ ਸਿਰ ਆ ਜਾਏਗਾ, ਪਰ ਅਣਜਨਮਿਆ ਬੱਚਾ ਔਰਤ ਦੀ ਕੁੱਖ ਵਿਚਲੇ ਭਰੂਣ ਵਾਂਗ ਪੱਕਣਾ ਚਾਹੀਦਾ ਹੈ, ਤਾਂ ਕਿ ਲਹੂ ਪਸੀਨਾ ਇੱਕ ਕਰਕੇ ਤੇ ਜੰਮਣ ਪੀੜਾ ਸਹਿ ਕੇ ਉਸ ਨੂੰ ਜਨਮ ਦਿੱਤਾ ਜਾ ਸਕੇ। ਕੋਈ ਕਿਤਾਬ ਇਸ ਤਰ੍ਹਾਂ ਨਾਲ ਲਿਖੀ ਜਾਂਦੀ ਹੈ। ਬੱਚੇ ਦਾ ਨਾਂ ਉਸਦੇ ਜਨਮ ਤੋਂ ਵੀ ਪਹਿਲਾਂ ਹੀ ਚੁਣਿਆ ਜਾ ਸਕਦਾ ਹੈ। ਆਪਣੀ ਕਿਤਾਬ ਨੂੰ ਮੈਂ ਕੀ ਨਾਂ ਦੇਵਾਂਗਾ? ਕੀ ਮੈਂ ਫੁੱਲ ਦੇ ਨਾਂ ਉੱਤੇ ਇਸ ਦਾ ਨਾਂ ਰੱਖਾਂ, ਜਾਂ ਸਿਤਾਰੇ ਦੇ ਨਾਂ ਉੱਤੇ? ਕੀ ਮੈਂ ਇਸ ਤੇ ਜਾਂ ਦੂਜੇ ਸਿਆਣਪਾਂ ਵਾਲੇ ਗ੍ਰੰਥਾਂ ਦੇ ਨਾਮਾਂ ਉੱਤੇ ਰੱਖ ਸਕਦਾ ਹਾਂ? ਨਹੀਂ, ਮੈਂ ਦੂਜੇ ਬੰਦੇ ਦੀ ਕਾਠੀ ਆਪਣੀ ਘੋੜੀ ਉੱਤੇ ਨਹੀਂ ਪਾਵਾਂਗਾ। ਬਾਹਰਲੇ ਸੋਮਿਆਂ ਤੋਂ ਉਧਾਰ ਲਿਆ ਗਿਆ ਨਾਂ ਸਿਰਫ ਉਪਨਾਮ, ਕੋਈ ਅੱਲ ਹੀ ਹੋ ਸਕਦਾ ਹੈ, ਅਸਲੀ ਨਾਂ ਨਹੀਂ ਹੋ ਸਕਦਾ। ਇਹ ਸਭ ਠੀਕ ਹੈ, ਪਰ ਜੇ ਤੁਸੀਂ ਨਾਂ ਲੱਭ ਰਹੇ ਹੋ ਤਾਂ ਤੁਸੀਂ ਉਸ ਵਸਤੂ ਨਾਲ ਬੱਝ ਜਾਂਦੇ ਹੋ ਜਿਹੜੀ ਵਸਤੂ ਤੁਸੀਂ ਕਿਤਾਬ ਵਿੱਚ ਰੱਖਣਾ ਚਾਹੁੰਦੇ ਹੋ, ਤੇ ਉਸ ਨਿਸ਼ਾਨੇ ਨਾਲ ਵੀ ਜਿਸ ਮਗਰ ਤੁਸੀਂ ਚੱਲ ਰਹੇ ਹੋ। ਤੁਸੀਂ ਉਹ ਪਪਾਖਾ ਚੁਣਦੇ ਹੋ ਜਿਹੜਾ ਸਿਰ ਉੱਤੇ ਠੀਕ ਬੈਠੇ, ਨਾ ਕਿ ਇਸ ਤੋਂ ਉਲਟ। ਤਾਰਾਂ ਦੀ ਲੰਬਾਈ ਪੰਡੂਰ ਦੇ ਆਕਾਰ ਤੋਂ ਨਿਸ਼ਚਿਤ ਹੁੰਦੀ ਹੈ। ਮੇਰੀ ਔਲ, ਮੇਰੇ ਪਹਾੜੋ, ਮੇਰੇ ਦਾਗਿਸਤਾਨ, ਤੁਸੀਂ ਮੇਰੇ ਵਿਚਾਰਾਂ, ਮੇਰੇ ਭਾਵਾਂ, ਮੇਰੀਆਂ ਆਸ਼ਾਵਾਂ ਦਾ ਆਲਣਾ ਹੋ। ਉਸ ਆਲਣੇ ਤੋਂ ਹੀ ਮੈਂ ਹਵਾ ਵਿੱਚ ਜਾ ਉੱਡਿਆ ਸਾਂ ਜਦੋਂ ਮੈਂ ਉੱਡਣ ਦੇ ਯੋਗ ਹੋਇਆ ਸਾਂ। ਮੇਰੇ ਸਾਰੇ ਗੀਤ ਉਸ ਆਲਣੇ ਤੋਂ ਆਉਂਦੇ ਨੇ। ਦਾਗਿਸਤਾਨ ਮੇਰਾ ਘਰ, ਮੇਰਾ ਪੰਘੂੜਾ ਹੈ।
ਤਾਂ ਫਿਰ ਇਹ ਸਾਰੀ ਢੂੰਡ ਕਾਹਦੇ ਲਈ? ਪਹਾੜਾਂ ਵਿੱਚ ਬੇਟੇ ਦਾ ਨਾਂ ਆਮ ਕਰਕੇ ਉਸਦੇ ਬਾਬੇ ਦੇ ਨਾਂ 'ਤੇ ਰੱਖਿਆ ਜਾਂਦਾ ਹੈ। ਇਹ ਕਿਤਾਬ ਮੇਰੇ ਦਿਮਾਗ ਦੀ ਸੰਤਾਨ ਹੋਵੇਗੀ ਤੇ ਮੈਂ ਦਾਗਿਸਤਾਨ ਦਾ ਸਪੂਤ ਹਾਂ, ਸੋ ਮੈਂ ਇਸਨੂੰ ਦਾਗਿਸਤਾਨ ਨਾਂ ਦੇਵਾਂਗਾ। ਕੀ ਇਸ ਤੋਂ ਵਧੇਰੇ ਢੁਕਵਾਂ, ਵਧੇਰੇ ਸੋਹਣਾ ਜਾਂ ਵਧੇਰੇ ਠੀਕ ਕੋਈ ਨਾਂ ਹੋ ਸਕਦਾ ਹੈ? ਕੋਈ ਰਾਜਦੂਤ ਜਿਸ ਦੇਸ਼ ਦੀ ਪ੍ਰਤੀਨਿਧਤਾ ਕਰਦਾ ਹੈ, ਉਸ ਦੀ ਪਛਾਣ ਉਸ ਦੀ ਕਾਰ ਉੱਤੇ ਲੱਗੇ ਝੰਡੇ ਤੋਂ ਹੋ ਸਕਦੀ ਹੈ। ਮੇਰੀ ਕਿਤਾਬ ਮੇਰਾ ਦੇਸ਼ ਹੈ ਤੇ ਇਸ ਦਾ ਨਾਂ ਇਸ ਦਾ ਝੰਡਾ ਹੋਵੇਗਾ। ਲੇਖਕ ਨਾਲ ਹੁੰਦਾ ਇਹ ਹੈ ਕਿ ਹਰ ਸਫ਼ੇ ਉੱਤੇ, ਹਰ ਸਤਰ ਉੱਤੇ ਤੇ ਹਰ ਲਫ਼ਜ਼ ਲਈ ਵਿਚਾਰ ਉਸ ਨਾਲ ਦਲੀਲਬਾਜ਼ੀ ਕਰਨ ਲੱਗ ਪੈਂਦੇ ਹਨ। ਮੇਰੇ ਵਿਚਾਰ ਵੀ ਇਸ ਕਿਤਾਬ ਦੇ ਨਾਂ ਬਾਰੇ ਮੇਰੇ ਨਾਲ ਦਲੀਲਬਾਜ਼ੀ ਕਰਨ ਲੱਗ ਪਏ ਹਨ। ਕਿਸੇ ਕੌਮਾਂਤਰੀ ਕਾਨਫਰੰਸ ਵਿਚਲੇ ਕਿੰਨੇ ਸਾਰੇ ਮੰਤਰੀਆਂ ਵਾਂਗ ਉਹ ਏਜੰਡੇ ਤੋਂ ਹੀ ਸ਼ੁਰੂ ਕਰਕੇ ਲਫ਼ਜ਼ਾਂ ਦੀ ਜੰਗ ਵਿੱਚ ਜੁਟ ਜਾਂਦੇ ਹਨ। ਇਸ ਤਰ੍ਹਾਂ ਇਹਨਾਂ ਵਿੱਚੋਂ ਇੱਕ ਮੰਤਰੀ ਤਜਵੀਜ਼ ਦਿੰਦਾ ਹੈ ਕਿ ਲਿਖੀ ਜਾਣ ਵਾਲੀ ਕਿਤਾਬ ਦਾ ਇੱਕ ਸ਼ਬਦੀ ਨਾਂ ਹੋਣਾ ਚਾਹੀਦਾ ਹੈ, ਦਾਗਿਸਤਾਨ। ਇੱਕ ਹੋਰ ਮੰਤਰੀ ਇਸ ਵਿਚਾਰ ਉੱਤੇ ਇਤਰਾਜ਼ ਕਰਦਾ ਹੈ। ਆਪਣੇ ਕਾਗਜ਼ ਆਪਣੇ ਸਾਹਮਣੇ ਠੀਕ ਠਾਕ ਕਰਦਿਆਂ ਉਹ ਕਹਿੰਦਾ ਹੈ, ਇਹ ਨਹੀਂ ਚੱਲੇਗਾ, ਇਹ ਬਿਲਕੁਲ ਨਹੀਂ ਚੱਲੇਗਾ। ਤੁਸੀਂ ਕਿਸੇ ਕਿਤਾਬ ਨੂੰ ਸਾਰੇ ਦੇਸ਼ ਦਾ ਨਾਂ ਕਿਵੇਂ ਦੇ ਸਕਦੇ ਹੋ? ਜੇ ਪਿਤਾ ਦਾ ਪਪਾਖਾ ਬੱਚੇ ਦੇ ਸਿਰ ਉੱਤੇ ਰੱਖ ਦਿੱਤਾ ਜਾਏ ਤਾਂ ਸਿਰ ਇਸ ਵਿੱਚ ਬਸ ਲੋਕੀ ਜਾਏਗਾ। ਇਹ ਕਿਉਂ ਨਹੀਂ ਚੱਲੇਗਾ? ਤਜਵੀਜ਼ ਦੇਣ ਵਾਲਾ ਇਤਰਾਜ਼ ਕਰਦਾ ਹੈ। ਜਦੋਂ ਚੰਨ ਉੱਪਰ ਆਕਾਸ਼ ਵਿੱਚ ਤਰ ਰਿਹਾ ਹੁੰਦਾ ਹੈ ਤਾਂ ਹੇਠਾਂ ਸਮੁੰਦਰ ਜਾਂ ਦਰਿਆ ਦੇ ਪਾਣੀਆਂ ਵਿੱਚ ਉਸ ਦੀ ਝਲਕ ਦਿਸਦੀ ਹੈ ਤਾਂ ਅਸੀਂ ਉਸ ਨੂੰ ਵੀ ਚੰਨ ਹੀ ਕਹਿੰਦੇ ਹਾਂ, ਕੋਈ ਹੋਰ ਨਾਂ ਨਹੀਂ ਦਿੰਦੇ। ਇਸ ਪਰਤੋਂ ਲਈ ਕਿਸੇ ਵਿਸ਼ੇਸ਼ ਨਾਂ ਦੀ ਕਾਢ ਕੱਢਣ ਦੀ ਲੋੜ ਹੈ। ਠੀਕ ਹੈ ਕਿ ਇੱਕ ਕਹਾਣੀ ਵਿੱਚ ਇੱਕ ਲੂੰਬੜੀ ਇੱਕ ਭੇੜੀਏ ਨੂੰ ਯਕੀਨ ਕਰਾ ਦਿੰਦੀ ਹੈ ਕਿ ਚੰਨ ਦਾ ਪਰਤੋਂ ਚਰਬੀ ਦਾ ਟੋਟਾ ਹੈ, ਜਿਸ ਉੱਤੇ ਮੂਰਖ ਭੇੜੀਆ ਉਸ ਚਰਬੀ ਨੂੰ ਕਾਬੂ ਕਰਨ ਲਈ ਦਰਿਆ ਵਿੱਚ ਕੁੱਦ ਪੈਂਦਾ ਹੈ। ਪਰ ਫਿਰ ਲੂੰਬੜੀ ਆਪਣੇ ਕਪਟੀ ਤੇ ਮਕਾਰ ਹੋਣ ਕਰਕੇ ਪ੍ਰਸਿੱਧ ਹੈ। ਤਾਂ ਵੀ ਇਹ ਨਹੀਂ ਚੱਲੇਗਾ, ਇਹ ਬਿਲਕੁਲ ਚੰਗਾ ਨਹੀਂ। ਦੂਜਾ ਮੰਤਰੀ ਜਿੱਦ ਕਰਦਾ ਹੈ। ਦਾਗਿਸਤਾਨ ਪਹਿਲੀ ਥਾਂ ਉੱਤੇ ਇੱਕ ਭੂਗੋਲਿਕ ਸੰਕਲਪ ਹੈ। ਇਸ ਵਿੱਚ ਪਹਾੜ, ਦਰਿਆ, ਘਾਟੀਆਂ, ਚਸ਼ਮੇ ਤੇ ਇੱਥੋਂ ਤੱਕ ਕਿ ਸਮੁੰਦਰ ਵੀ ਆਉਂਦੇ ਹਨ। ਜਦੋਂ ਮੈਂ ਲਫ਼ਜ਼ ਦਾਗਿਸਤਾਨ ਚੁਣਦਾ ਹਾਂ ਤਾਂ ਪਹਿਲੀ ਥਾਂ ਉੱਤੇ ਮੇਰੀਆਂ ਅੱਖਾਂ ਸਾਹਮਣੇ ਇੱਕ ਨਕਸ਼ਾ ਆ ਜਾਂਦਾ ਹੈ। ਉਹ ਨਹੀਂ, ਮੈਂ ਵਿੱਚੋਂ ਟੋਕਦਾ ਹਾਂ। ਮੇਰਾ ਦਿਲ ਦਾਗਿਸਤਾਨ ਨਾਲ ਨੱਕੋ ਨੱਕ ਭਰਿਆ ਹੋਇਆ ਹੈ ਤੇ ਮੇਰਾ ਦਿਲ ਯਕੀਨਨ ਕੋਈ ਨਕਸ਼ਾ ਨਹੀਂ। ਮੇਰੇ ਦਾਗਿਸਤਾਨ ਦੀਆਂ ਕੋਈ ਭੂਗੋਲਿਕ ਜਾਂ ਆਮ ਤੌਰ ਉੱਤੇ ਕੋਈ ਦੂਜੀਆਂ ਸਰਹੱਦਾਂ ਨਹੀਂ। ਨਾ ਹੀ ਮੇਰਾ ਦਾਗਿਸਤਾਨ ਇੱਕ ਸਦੀ ਤੋਂ ਦੂਜੀ ਸਦੀ ਵਿੱਚ ਨਿਰਵਿਘਨ ਜਾਂ ਇਕਸਾਰ ਵਹਿੰਦਾ ਚਲਾ ਜਾਂਦਾ ਹੈ। ਜੇ ਮੈਂ ਇਸ ਨੂੰ ਲਿਖ ਹੀ ਲੈਂਦਾ ਹਾਂ ਤਾਂ ਮੇਰੀ ਕਿਤਾਬ ਦਾਗਿਸਤਾਨ ਦੀ ਗਾਈਡ ਨਹੀਂ ਹੋਵੇਗੀ। ਮੈਂ ਸਦੀਆਂ ਨੂੰ ਇੱਕ ਦੂਜੀ ਵਿੱਚ ਮਿਲਾ ਦਿਆਂਗਾ ਤੇ ਫਿਰ ਇਤਿਹਾਸਿਕ ਘਟਨਾਵਾਂ, ਬਿਲਕੁਲ ਤੱਤ, ਲੋਕਾਂ ਦਾ ਬਿਲਕੁਲ ਤੱਤ ਤੇ ਸ਼ਬਦ ਦਾਗਿਸਤਾਨ ਦਾ ਬਿਲਕੁਲ ਤੱਤ ਨਿਚੋੜ ਕੱਢਾਂਗਾ। ਹੋ ਸਕਦਾ ਹੈ ਕਿ ਇੰਜ ਲੱਗੇ ਕਿ ਦਾਗਿਸਤਾਨ ਦਾ ਮਤਲਬ ਮੇਰੇ ਦਾਗਿਸਤਾਨੀਆਂ ਲਈ ਇੱਕੋ ਹੈ, ਤਾਂ ਵੀ ਉਹਨਾਂ ਵਿੱਚੋਂ ਹਰ ਇੱਕ ਨੂੰ ਆਪਣਾ ਹੀ ਦਾਗਿਸਤਾਨ ਦਿਸਦਾ ਹੈ। ਮੇਰਾ ਵੀ ਆਪਣਾ ਦਾਗਿਸਤਾਨ ਹੈ, ਇੱਕੋ ਇੱਕ ਜਿਹੜਾ ਮੈਂ ਦੇਖ ਸਕਦਾ ਤੇ ਜਾਣ ਸਕਦਾ ਹਾਂ। ਉਸ ਦਾ ਤਾਣਾ ਤੇ ਉਸ ਦਾ ਪੇਟਾ ਉਸ ਸਭ ਕਾਸੇ ਤੋਂ ਉਣਿਆ ਗਿਆ ਹੈ ਜੋ ਕੁਝ ਮੈਂ ਤੇ ਮੇਰੇ ਸਾਰੇ ਪਿਛਲੇ ਤੇ ਹੁਣ ਤੱਕ ਦੇ ਦਾਗਿਸਤਾਨੀਆਂ ਨੇ ਭੋਗਿਆ ਹੈ। ਉਸ ਦੇ ਗੀਤਾਂ ਤੇ ਦਰਿਆਵਾਂ ਤੋਂ, ਉਸ ਦੀਆਂ ਅਖੌਤਾਂ ਤੇ ਉਸ ਦੀਆਂ ਚਟਾਨਾਂ ਤੋਂ, ਉਸ ਦੇ ਔਕਾਬਾਂ ਤੇ ਉਸ ਦੇ ਘੋੜਿਆਂ ਦੀਆਂ ਖੁਰੀਆਂ ਤੋਂ ਉਣਿਆ ਗਿਆ ਹੈ। ਆਪਣੀ ਨੋਟਬੁੱਕ ਵਿੱਚੋਂ ਕਿਸਲੋਵੋਤਸਕ ਵਿਖੇ ਮੇਰਾ ਕਮਰਾ ਉਜ਼ਬੇਕਿਸਤਾਨ ਤੋਂ ਆਏ ਇੱਕ ਆਦਮੀ ਨਾਲ ਸਾਂਝਾ ਹੈ। ਪੌ ਫਟਾਲੇ ਤੇ ਸੰਧਿਆ ਵੇਲੇ ਅਸੀਂ ਬਾਰੀ ਵਿੱਚੋਂ ਪਹਾੜ ਅਲਬਰੂਸ ਦੀਆਂ ਜੌੜੀਆਂ ਚੋਟੀਆਂ ਦੇਖ ਸਕਦੇ ਹਾਂ। ਮੈਨੂੰ ਖਿਆਲ ਆਉਂਦਾ ਹੈ ਕਿ ਦੋ ਚੋਟੀਆਂ ਦੋ ਦੋਸਤਾਂ ਦੇ ਮੁੰਨੇ ਹੋਏ ਤੇ ਜੰਗ ਦੇ ਫੱਟਾਂ ਵਾਲੇ ਸਿਰਾਂ ਨਾਲ ਬਹੁਤ ਰਲਦੀਆਂ ਮਿਲਦੀਆਂ ਹਨ।
ਅਚਨਚੇਤ ਮੇਰਾ ਗੁਆਂਢੀ ਟਿੱਪਣੀ ਕਰਦਾ ਹੈ, 2 ਚੋਟੀਆਂ ਮੈਨੂੰ ਬੁਖਾਰੇ ਤੋਂ ਆਏ ਧੌਲੇ ਸਿਰ ਵਾਲੇ ਬਜ਼ੁਰਗ ਦੀ ਯਾਦ ਦਿਵਾਉਂਦੀਆਂ ਨੇ, ਜਿਹੜਾ ਪਲਾਓ ਦੀਆਂ 2 ਥਾਲੀਆਂ ਲੈ ਕੇ ਜਾ ਰਿਹਾ ਹੋਵੇ ਤੇ ਆਪਣੇ ਸਾਹਮਣੇ ਦੀ ਵਾਦੀ ਦੇ ਪ੍ਰਭਾਤ ਦੇ ਦ੍ਰਿਸ਼ ਤੋਂ ਮੁਗਧ ਹੋਇਆ ਹੋਇਆ ਆਪਣੇ ਰਸਤੇ ਵਿੱਚ ਹੀ ਰੁਕ ਗਿਆ ਹੋਵੇ। ਆਪਣੀ ਨੋਟਬੁੱਕ ਵਿੱਚੋਂ, ਜਦੋਂ ਮੈਂ ਕਲਕੱਤੇ ਸਾਂ ਤਾਂ ਮੈਂ ਰਵਿੰਦਰਨਾਥ ਟੈਗੋਰ ਦਾ ਘਰ ਦੇਖਣ ਗਿਆ, ਜਿੱਥੇ ਮੈਂ ਇੱਕ ਪੰਛੀ ਦਾ ਚਿੱਤਰ ਦੇਖਿਆ ਜਿਹੜਾ ਦੁਨੀਆ ਵਿੱਚ ਕਿਤੇ ਵੀ ਕਦੇ ਨਹੀਂ ਸੀ ਪਾਇਆ ਜਾਂਦਾ। ਇਹ ਟੈਗੋਰ ਦੀ ਆਤਮਾ ਵਿੱਚ ਉਸ ਦੀ ਕਲਪਨਾ ਦੇ ਫਲ ਵਜੋਂ ਜਨਮਿਆ ਤੇ ਜੀਵਿਆ ਸੀ। ਬੇਸ਼ੱਕ ਜੇ ਉਸਨੂੰ ਸੱਚਮੁੱਚ ਮੌਜੂਦ ਪੰਛੀਆਂ ਦਾ ਗਿਆਨ ਨਾ ਹੁੰਦਾ ਤਾਂ ਉਹ ਕਦੀ ਵੀ ਆਪਣੇ ਕਾਲਪਨਿਕ ਪੰਛੀ ਦਾ ਚਿੱਤਰ ਨਾ ਪੈਦਾ ਕਰ ਸਕਦਾ। ਮੇਰੇ ਕੋਲ ਵੀ ਇਹੋ ਜਿਹਾ ਹੀ ਅਦਭੁਤ ਪੰਛੀ ਹੈ, ਮੇਰਾ ਦਾਗਿਸਤਾਨ। ਇਸੇ ਕਰਕੇ ਜੇ ਵਧੇਰੇ ਠੀਕ ਕਹਿਣਾ ਹੋਵੇ ਤਾਂ ਮੇਰੀ ਕਿਤਾਬ ਦਾ ਨਾਮ ਮੇਰਾ ਦਾਗਿਸਤਾਨ ਹੋਣਾ ਚਾਹੀਦਾ ਹੈ। ਇਸ ਲਈ ਨਹੀਂ ਕਿ ਇਹ ਮੇਰੀ ਮਲਕੀਅਤ ਹੈ, ਸਗੋਂ ਇਸ ਲਈ ਦਾਗਿਸਤਾਨ ਬਾਰੇ ਮੇਰਾ ਸੰਕਲਪ ਦੂਜੇ ਲੋਕਾਂ ਦੇ ਸੰਕਲਪ ਨਾਲੋਂ ਵੱਖਰਾ ਹੈ ਤੇ ਇਸੇ ਲਈ ਮਾਮਲਾ ਤੈਅ ਹੋਇਆ। ਮੇਰੀ ਕਿਤਾਬ ਦੀ ਜਿਲਦ ਉੱਤੇ ਲਿਖਿਆ ਹੋਵੇਗਾ, ਮੇਰਾ ਦਾਗਿਸਤਾਨ। ਮੰਤਰੀਆਂ ਦੀ ਕਾਨਫਰੰਸ ਵਿੱਚ ਘੜੀ ਪਲ ਲਈ ਚੁੱਪ ਛਾ ਜਾਂਦੀ ਹੈ ਤੇ ਕੋਈ ਹੋਰ ਇਤਰਾਜ਼ ਨਹੀਂ ਹੁੰਦੇ। ਇੱਕਦਮ ਇੱਕ ਮੰਤਰੀ ਉੱਠਦਾ ਹੈ ਤੇ ਮੰਚ ਤੇ ਚੜ ਜਾਂਦਾ ਹੈ। ਮੇਰਾ ਦਾਗਿਸਤਾਨ, ਮੇਰੇ ਪਹਾੜ, ਮੇਰੇ ਦਰਿਆ। ਹਾਂ, ਇਹ ਸ਼ਾਇਦ ਇੰਨਾ ਮਾੜਾ ਨਾ ਹੋਵੇ, ਪਰ ਜਦੋਂ ਤੁਸੀਂ ਜਵਾਨ ਹੁੰਦੇ ਹੋ, ਵਿਦਿਆਰਥੀ ਉਮਰੇ, ਸਿਰਫ ਉਦੋਂ ਹੀ ਤੁਹਾਨੂੰ ਹੋਸਟਲ ਵਿੱਚ ਰਹਿਣ ਦਾ ਮਜ਼ਾ ਆਉਂਦਾ ਹੈ। ਮਗਰੋਂ ਆਦਮੀ ਆਪਣਾ ਕਮਰਾ, ਸਗੋਂ ਆਪਣਾ ਘਰ ਵੱਖਰਾ ਲੈਣਾ ਚਾਹੁੰਦਾ ਹੈ। ਸਿਰਫ ਇਹ ਕਹਿਣਾ ਕਾਫੀ ਨਹੀਂ, ਮੇਰਾ ਚੁੱਲ੍ਹਾ। ਉਸ ਚੁੱਲ੍ਹੇ ਵਿੱਚ ਅੱਗ ਵੀ ਬਲਦੀ ਹੋਣੀ ਚਾਹੀਦੀ ਹੈ। ਨਾ ਹੀ ਇਹ ਕਹਿਣਾ ਕਾਫੀ ਹੈ, ਮੇਰਾ ਪੰਘੂੜਾ। ਉਸ ਪੰਘੂੜੇ ਵਿੱਚ ਕੋਈ ਬੱਚਾ ਵੀ ਪਿਆ ਹੋਣਾ ਚਾਹੀਦਾ ਹੈ। ਤਾਂ ਫਿਰ ਮੇਰਾ ਦਾਗਿਸਤਾਨ ਕਹਿਣਾ ਕਾਫੀ ਨਹੀਂ। ਇਹਨਾਂ ਲਫ਼ਜ਼ਾਂ ਪਿੱਛੇ ਵੀ ਕੋਈ ਵਿਚਾਰ ਹੋਣਾ ਚਾਹੀਦਾ ਹੈ। ਦਾਗਿਸਤਾਨ ਦੀ ਹੋਣੀ, ਦਾਗਿਸਤਾਨ ਜਿਵੇਂ ਕਿ ਇਹ ਅੱਜ ਹੈ। ਤੁਸੀਂ ਸਾਰਿਆਂ ਨੇ ਸਾਡੇ ਕੌਮੀ ਕਵੀ ਸੁਲੇਮਾਨ ਸਤਾਲਸਕੀ ਦੀ ਸਿਆਣਪ ਬਾਰੇ ਸੁਣਿਆ ਹੋਵੇਗਾ। ਉਹ ਸਮਝਦਾ ਸੀ ਜੋ ਕੁਝ ਮੈਂ ਹੁਣ ਕਹਿਣ ਲੱਗਾ ਹਾਂ, ਉਸਨੇ ਇਹ ਕਿਹਾ ਸੀ, ਮੈਂ ਲੇਜ਼ਗੀਨ ਜਾਂ ਦਾਗਿਸਤਾਨੀ ਜਾਂ ਕਾਕੇਸ਼ੀਆਈ ਕਵੀ ਨਹੀਂ ਹਾਂ, ਮੈਂ ਸੋਵੀਅਤ ਕਵੀ ਹਾਂ ਤੇ ਇਸ ਸਾਰੀ ਵਿਸ਼ਾਲ ਭੂਮੀ ਦਾ ਮਾਲਕ। ਇਹ ਕਿਹਾ ਸੀ ਇਸ ਧੌਲੇ ਸਿਰ ਵਾਲੇ ਸਿੱਧ ਪੁਰਸ਼ ਨੇ, ਤੇ ਤੂੰ ਇੱਕੋ ਰਾਗ ਮੁੜ-ਮੁੜ ਅਲਾਪੀ ਜਾਂਦਾ ਏ, ਮੇਰੀ ਆਉਲ, ਮੇਰੇ ਪਹਾੜ, ਮੇਰਾ ਦਾਗਿਸਤਾਨ। ਕਿਸੇ ਨੂੰ ਇੰਜ ਲੱਗ ਸਕਦਾ ਹੈ ਜਿਵੇਂ ਤੇਰੇ ਲਈ ਸਾਰੀ ਦੁਨੀਆ ਦਾਗਿਸਤਾਨ ਨਾਲ ਸ਼ੁਰੂ ਹੁੰਦੀ ਹੈ ਤੇ ਉੱਥੇ ਹੀ ਜਾ ਮੁੱਕਦੀ ਹੈ। ਕੀ ਕ੍ਰੈਮਲਿਨ ਨਹੀਂ ਜਿੱਥੋਂ ਸਾਰੀ ਦੁਨੀਆ ਦਾ ਆਰੰਭ ਹੁੰਦਾ ਹੈ? ਇਹ ਗੱਲ ਹੈ ਜਿਹੜੀ ਮੈਨੂੰ ਤੇਰੇ ਸਿਰਲੇਖ ਵਿੱਚ ਨਹੀਂ ਦਿਸੀ। ਤੂੰ ਸੀਨਾ ਤਾਂ ਬਣਾ ਲਿਆ, ਪਰ ਉਸ ਦੇ ਅੰਦਰ ਇੱਕ ਧੜਕਦਾ ਦਿਲ ਰੱਖਣਾ ਭੁੱਲ ਗਿਆ ਹੈ। ਤੂੰ 2 ਅੱਖਾਂ ਬਣਾ ਦਿੱਤੀਆਂ ਨੇ, ਪਰ ਉਹਨਾਂ ਨੂੰ ਚਿੰਤਨ ਦੀ ਚਮਕ ਬਖਸ਼ਣਾ ਭੁੱਲ ਗਿਆ ਹੈ। ਨਿਰਜਿੰਦ ਅੱਖਾਂ 2 ਅੰਗੂਰਾਂ ਵਰਗੀਆਂ ਲੱਗਦੀਆਂ ਨੇ ਤੇ ਬਸ। ਇਹ ਪ੍ਰਭਾਵਸ਼ਾਲੀ ਉਪਮਾ ਦੇਣ ਤੋਂ ਪਿੱਛੋਂ ਤੀਜਾ ਮੰਤਰੀ ਸਵੈ ਮਹੱਤਤਾ ਵਾਲੇ ਅੰਦਾਜ਼ ਨਾਲ ਮੰਚ ਤੋਂ ਹੇਠਾਂ ਉਤਰ ਆਉਂਦਾ ਹੈ ਤੇ ਆਪਣੀ ਥਾਂ ਉੱਤੇ ਆ ਬੈਠਦਾ ਹੈ। ਉਸ ਦੀ ਕੱਛ ਵਿੱਚ ਮੋਟੀਆਂ-ਮੋਟੀਆਂ ਤੇ ਬੜੀਆਂ ਗੰਭੀਰ ਸੈਂਚੀਆਂ ਵਿੱਚੋਂ ਟੂਕਾਂ ਵਾਲੇ ਕਾਗਜ਼ਾਂ ਦਾ ਥੱਬਾ ਹੈ। ਉਸ ਦੀ ਨਜ਼ਰ ਕਹਿੰਦੀ ਲੱਗਦੀ ਹੈ, ਕੋਈ ਗੱਲ ਨਹੀਂ ਰਹਿ ਗਈ ਜਿਹੜੀ ਦੂਜੇ ਮੇਰੀ ਗੱਲ ਨਾਲ ਰਲਾ ਸਕਣ, ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਅਦਾਲਤ ਵੱਲੋਂ ਦਿੱਤੇ ਗਏ ਫੈਸਲੇ ਵਿੱਚ ਕੁਝ ਨਹੀਂ ਜਮ੍ਹਾਂ ਕੀਤਾ ਜਾ ਸਕਦਾ। ਇਸ ਨੁਕਤੇ ਉੱਤੇ ਆ ਕੇ ਕਾਨਫਰੰਸ ਦਾ ਇੱਕ ਹੋਰ ਮੈਂਬਰ ਮੰਚ ਉੱਪਰ ਆਉਂਦਾ ਹੈ, ਚੁਸਤ ਤੇ ਖੁਸ਼ਮਿਜ਼ਾਜ ਆਦਮੀ ਜਿਹੜਾ ਦੂਜਿਆਂ ਨਾਲੋਂ ਕੁਝ ਵਧੇਰੇ ਨੌਜਵਾਨ ਲੱਗਦਾ ਹੈ। ਉਸ ਦਾ ਭਾਸ਼ਣ ਦੂਜਿਆਂ ਨਾਲੋਂ ਇਸ ਗੱਲੋਂ ਵੱਖਰਾ ਹੈ ਕਿ ਇਹ ਕਵਿਤਾ ਵਿੱਚ ਹੈ। ਬੈਠੇ ਜਨ ਦੀ ਕੋਈ ਨਾ ਦੱਸ ਸਕੇ ਚਾਲ ਸੁਚਾਲ, ਸੁੱਤੇ ਤੋਂ ਕੀ ਜਾਣੀਏ ਕਿ ਹੈ ਉਹ ਨੇਤਰਹੀਣ। ਖਾਂਦਿਆਂ ਦੇਖ ਕਿਸੇ ਦੀ ਹਿੰਮਤ ਦੱਸਣੀ ਬੜੀ ਮੁਹਾਲ, ਚੁੱਪ ਕਦੀ ਨਾ ਦੱਸਦੀ ਕੋਈ ਸਾਫ਼ ਦਿਲੇ ਜਾਂ ਮਲੀਨ।
ਹੁਣ ਜੋ ਮੈਂ ਕਹਿਣਾ ਚਾਹੁੰਦਾ ਹਾਂ ਉਹ ਇਹ ਹੈ, ਉਹ ਗੱਲ ਤੋਰਦਾ ਹੈ। ਬੜੀ ਚੰਗੀ ਗੱਲ ਹੈ ਜਦੋਂ ਕੋਈ ਵਿਚਾਰ ਮੌਜੂਦ ਹੋਵੇ, ਖਾਸ ਕਰਕੇ ਉਸ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਮੇਰੇ ਤੋਂ ਪਹਿਲਾਂ ਬੋਲਣ ਵਾਲੇ ਨੇ ਦੱਸਿਆ ਹੈ। ਪਰ ਕਦੀ-ਕਦੀ ਇੰਜ ਵਾਪਰਦਾ ਹੈ ਕਿ ਲੋਕਾਂ ਕੋਲ ਹੋ ਸਕਦਾ ਹੈ ਨਾ ਸਿਰਫ ਕਿੰਨੇ ਸਾਰੇ ਵਿਚਾਰ ਹੀ ਹੋਣ, ਸਗੋਂ ਬਹੁਤ ਜ਼ਿਆਦਾ ਵਿਚਾਰਧਾਰਾ ਵੀ ਹੋਵੇ ਜਿਹੜੀ ਕਿ ਹਥਲੇ ਵਿਚਾਰ ਲਈ ਹਾਨੀਕਾਰਕ ਹੋ ਸਕਦੀ ਹੈ। ਕਿਤਾਬ ਦਾ ਨਾਮ ਪਾਪਾ ਅੱਖਾਂ ਵਾਂਗ ਹੁੰਦਾ ਹੈ। ਜਿਹੜੀ ਚੀਜ਼ ਜ਼ਿਆਦਾ ਮਹੱਤਵਪੂਰਨ ਹੈ, ਪਪਾਖਾ ਜਾਂ ਇਸ ਹੇਠਲਾ ਸਿਰ। ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣੀ ਚਾਹੁੰਦਾ ਹਾਂ ਕਿ 3 ਸ਼ਿਕਾਰੀਆਂ ਨੇ ਭੇੜੀਏ ਨੂੰ ਕਿਵੇਂ ਫੜਿਆ। ਕੀ ਸ਼ਿਕਾਰੀਆਂ ਦੇ ਮੋਢਿਆਂ ਉੱਤੇ ਸੱਚਮੁੱਚ ਸਿਰ ਹੈ ਸੀ? 3 ਸ਼ਿਕਾਰੀਆਂ ਨੂੰ ਪਤਾ ਲੱਗਾ ਕਿ ਇੱਕ ਭੇੜੀਆ ਉਹਨਾਂ ਦੇ ਪਿੰਡ ਦੇ ਨੇੜੇ ਹੇਠਾਂ ਖੱਡ ਵਿੱਚ ਰਹਿ ਰਿਹਾ ਹੈ। ਉਹਨਾਂ ਨੇ ਉਸ ਨੂੰ ਫੜਨ ਤੇ ਮਾਰਨ ਦਾ ਫੈਸਲਾ ਕੀਤਾ। ਉਹਨਾਂ ਨੇ ਇਹ ਕੰਮ ਕਿਵੇਂ ਕੀਤਾ, ਇਸ ਬਾਰੇ ਲੋਕਾਂ ਵਿੱਚ ਕਈ ਕਹਾਣੀਆਂ ਪ੍ਰਚਲਿਤ ਨੇ। ਇੱਕ ਇਸ ਪ੍ਰਕਾਰ ਹੈ ਜਿਹੜੀ ਮੈਂ ਬਚਪਨ ਵਿੱਚ ਸੁਣੀ ਸੀ। ਸ਼ਿਕਾਰੀਆਂ ਤੋਂ ਬਚਣ ਦੀ ਕੋਸ਼ਿਸ਼ ਕਰਦਿਆਂ ਭੇੜੀਏ ਨੇ ਇੱਕ ਗੁਫਾ ਵਿੱਚ ਸ਼ਰਨ ਲੈ ਲਈ। ਇਸ ਦੇ ਅੰਦਰ ਜਾਣ ਲਈ ਸਿਰਫ ਇੱਕ ਰਸਤਾ ਸੀ ਜਿਹੜਾ ਬੜਾ ਤੰਗ ਸੀ। ਸਿਰਫ ਆਦਮੀ ਦਾ ਸਿਰ ਹੀ ਅੰਦਰ ਜਾ ਸਕਦਾ ਸੀ, ਜ਼ਿਆਦਾ ਨਹੀਂ। ਸ਼ਿਕਾਰੀਆਂ ਨੇ ਚਟਾਨ ਦੇ ਪਿੱਛੇ ਪੋਜੀਸ਼ਨਾਂ ਲੈ ਲਈਆਂ, ਬੰਦੂਕਾਂ ਗੁਫਾ ਦੇ ਮੂੰਹ ਵੱਲ ਸੇਧ ਲਈਆਂ ਤੇ ਭੇੜੀਏ ਦੇ ਬਾਹਰ ਨਿਕਲਣ ਦੀ ਉਡੀਕ ਉਹ ਕਰਨ ਲੱਗੇ। ਪਰ ਭੇੜੀਆ ਕੋਈ ਮੂਰਖ ਨਹੀਂ ਸੀ ਤੇ ਆਪਣੀ ਸ਼ਰਨ ਵਾਲੀ ਥਾਂ ਆਰਾਮ ਨਾਲ ਪਿਆ ਰਿਹਾ। ਇਸ ਲੜਾਈ ਵਿੱਚ ਉਸੇ ਧਿਰ ਨੇ ਹਾਰਨਾ ਸੀ ਜਿਸ ਦਾ ਸਬਰ ਪਹਿਲਾਂ ਖਤਮ ਹੋ ਜਾਂਦਾ। ਇੱਕ ਸ਼ਿਕਾਰੀ ਉਡੀਕ ਕੇ ਅੱਕ ਗਿਆ ਤੇ ਉਸਨੇ ਗੁਫਾ ਦੇ ਅੰਦਰ ਘੁਸੜਨ ਦਾ ਤੇ ਭੇੜੀਏ ਨੂੰ ਡਰਾਉਣ ਦਾ ਫੈਸਲਾ ਕੀਤਾ। ਉਹ ਗੁਫਾ ਦੇ ਮੁਗੋਰੇ ਕੋਲ ਗਿਆ ਤੇ ਆਪਣਾ ਸਿਰ ਉਸਨੇ ਅੰਦਰ ਤੁੰਨ ਦਿੱਤਾ। ਕਿੰਨਾ ਚਿਰ ਉਸਦੇ ਸਾਥੀ ਉਸਨੂੰ ਦੇਖਦੇ ਰਹੇ, ਪਰ ਉਹਨਾਂ ਨੂੰ ਸਮਝ ਨਾ ਆਵੇ ਕਿ ਕਿਉਂ ਉਹ ਅੰਦਰ ਜਾਣ ਦੀ ਜਾਂ ਘੱਟੋ ਘੱਟ ਆਪਣਾ ਸਿਰ ਬਾਹਰ ਕੱਢਣ ਦੀ ਕੋਈ ਕੋਸ਼ਿਸ਼ ਨਹੀਂ ਸੀ ਕਰ ਰਿਹਾ। ਜਦੋਂ ਆਖਰ ਉਹ ਉਡੀਕ ਕੇ ਥੱਕ ਗਏ ਤੇ ਉਸ ਨੂੰ ਖਿੱਚ ਕੇ ਬਾਹਰ ਕੱਢਿਆ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਉਸਦਾ ਤਾਂ ਸਿਰ ਹੀ ਨਹੀਂ ਸੀ। ਉਹਨਾਂ ਨੇ ਇੱਕ ਦੂਜੇ ਨੂੰ ਪੁੱਛਣਾ ਸ਼ੁਰੂ ਕੀਤਾ ਕਿ ਕੀ ਉਸਦੇ ਮੋਢਿਆਂ ਉੱਤੇ ਸਿਰ ਹੈ ਸੀ ਜਦੋਂ ਉਸਨੇ ਗੁਫਾ ਦੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਸੀ। ਉਹਨਾਂ ਵਿੱਚੋਂ ਇੱਕ ਨੇ ਕਿਹਾ ਕਿ ਲੱਗਦਾ ਤਾਂ ਸੀ ਕਿ ਉਸਦਾ ਸਿਰ ਹੈ, ਪਰ ਦੂਜੇ ਨੂੰ ਯਕੀਨ ਸੀ ਕਿ ਸਿਰ ਹੋ ਹੀ ਨਹੀਂ ਸਕਦਾ। ਸਿਰ ਤੋਂ ਬਿਨਾਂ ਸਰੀਰ ਔਲ ਵਿੱਚ ਲਿਆਂਦਾ ਗਿਆ ਤੇ ਵਾਸੀਆਂ ਨੂੰ ਪਤਾ ਲੱਗਾ ਕਿ ਕੀ ਵਾਪਰ ਗਿਆ ਹੈ। ਇੱਕ ਬਜ਼ੁਰਗ ਬੋਲਿਆ ਕਿ ਜਿਸ ਤਰ੍ਹਾਂ ਨਾਲ ਸ਼ਿਕਾਰੀ ਨੇ ਭੇੜੀਏ ਨੂੰ ਕਾਬੂ ਕਰਨ ਲਈ ਘੁਸੜ ਕੇ ਗੁਫਾ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਸੀ, ਉਸ ਤੋਂ ਅੰਦਾਜ਼ਾ ਲਾਇਆ ਤਾਂ ਉਸਦੇ ਮੋਢਿਆਂ ਉੱਪਰ ਮੁੱਦਤਾਂ ਤੋਂ, ਸ਼ਾਇਦ ਉਸਦੇ ਜਨਮ ਤੋਂ ਹੀ ਕੋਈ ਸਿਰ ਨਹੀਂ ਸੀ। ਮਾਮਲਾ ਉਸਦੀ ਵਿਧਵਾ ਕੋਲ ਲਿਆਂਦਾ ਗਿਆ ਕਿ ਉਹ ਇਸ ਸਵਾਲ ਦਾ ਜਵਾਬ ਦੇਵੇ। ਮੈਨੂੰ ਕੀ ਪਤਾ ਮੇਰੇ ਘਰ ਵਾਲੇ ਦਾ ਸਿਰ ਹੈ ਸੀ ਜਾਂ ਨਹੀਂ। ਮੈਨੂੰ ਤਾਂ ਇੰਨਾ ਯਾਦ ਹੈ ਕਿ ਉਹ ਹਰ ਸਾਲ ਆਪਣੇ ਲਈ ਨਵਾਂ ਪਪਾਖਾ ਖਰੀਦਦਾ ਹੁੰਦਾ ਸੀ। ਵਿਚਾਰ ਕਰਨੀ ਵਿੱਚ ਪ੍ਰਗਟ ਹੋਣਾ ਚਾਹੀਦਾ ਹੈ, ਕਥਨੀ ਵਿੱਚ ਨਹੀਂ। ਇਹ ਖੁਦ ਕਿਤਾਬ ਵਿੱਚ ਮਿਲਿਆ ਹੋਣਾ ਚਾਹੀਦਾ ਹੈ। ਇਸ ਨੂੰ ਕਿਤਾਬ ਦੀ ਜਿਲਦ ਤੋਂ ਹੀ ਪਾਟੀ ਹੋਈ ਆਵਾਜ਼ ਵਿੱਚ ਨਹੀਂ ਚਲਾਉਣਾ ਚਾਹੀਦਾ। ਜਿਹੜਾ ਲਫ਼ਜ਼ ਤਕਰੀਰ ਦੇ ਅਖੀਰ ਉੱਤੇ ਬੋਲਿਆ ਜਾ ਸਕਦਾ ਹੈ, ਉਹ ਆਰੰਭ ਵਿੱਚ ਹੀ ਨਹੀਂ ਬੋਲਿਆ ਜਾਣਾ ਚਾਹੀਦਾ। ਨਵ ਜਨਮੇ ਬਾਲ ਦੇ ਚੰਗੇ ਜੀਵਨ ਨੂੰ ਯਕੀਨੀ ਬਣਾਉਣ ਲਈ ਤੇ ਬਿਮਾਰੀ, ਦੁੱਖ, ਪੀੜਾ ਨੂੰ ਦੂਰ ਕਰਨ ਲਈ ਉਸ ਦੇ ਗਲ ਵਿੱਚ ਅਕਸਰ ਤਵੀਤ ਪਾ ਦਿੱਤਾ ਜਾਂਦਾ ਹੈ। ਆਓ ਹੁਣ ਇਸ ਬਾਰੇ ਦਿਮਾਗ ਨਾ ਲੜਾਈਏ ਕਿ ਇਹ ਤਵੀਤ ਸਾਰਾ ਕੁਝ ਸੱਚਮੁੱਚ ਕਰਦਾ ਹੈ ਜਾਂ ਨਹੀਂ। ਪਰ ਸਾਨੂੰ ਸਭ ਨੂੰ ਪਤਾ ਹੈ ਕਿ ਇਹ ਨਜ਼ਰੋਂ ਓਲੇ ਪਹਿਨਿਆ ਜਾਂਦਾ ਹੈ, ਸਰੀਰ ਦੇ ਨਾਲ ਤੇ ਦਿਖਾਇਆ ਨਹੀਂ ਜਾਂਦਾ। ਹਰ ਕਿਤਾਬ ਵਿੱਚ ਕੋਈ ਇਸ ਤਰ੍ਹਾਂ ਦਾ ਤਵੀਤ ਹੋਣਾ ਚਾਹੀਦਾ ਹੈ, ਕਿਤੇ ਨਜ਼ਰ ਤੋਂ ਪਰੇ ਪਾਠਕ ਦੇ ਅੰਦਾਜ਼ਾ ਲਾਉਣ ਲਈ ਕਿ ਇਹ ਕੀ ਹੈ। ਜਾਂ ਜਦੋਂ ਉਰਵੇਚ ਬਣਾਈ ਜਾਂਦੀ ਹੈ ਤਾਂ ਇਸ ਵਿੱਚ ਥੋੜਾ ਜਿਹਾ ਸ਼ਹਿਦ ਮਿਲਾ ਦਿੱਤਾ ਜਾਂਦਾ ਹੈ। ਸ਼ਹਿਦ
ਮਿੱਠੀ ਤੇ ਖੁਸ਼ਬੂਦਾਰ ਸ਼ਰਾਬ ਵਿੱਚ ਘੁਲ ਜਾਂਦਾ ਹੈ, ਪਰ ਤੁਸੀਂ ਨਾ ਇਸ ਨੂੰ ਦੇਖ ਸਕਦੇ ਹੋ ਨਾ ਮਹਿਸੂਸ ਕਰ ਸਕਦੇ ਹੋ। ਜਾਂ ਬੰਬਈ ਸ਼ਹਿਰ ਵਿੱਚ ਇੱਕ ਬਾਗ ਹੈ ਜਿਹੜਾ ਦੇਖਣ ਨੂੰ ਹਮੇਸ਼ਾ ਹੀ ਹਰਿਆ ਭਰਿਆ ਲੱਗਦਾ ਹੈ। ਇਹ ਆਪਣੇ ਆਸ-ਪਾਸ ਦੀ ਲੂ ਦੇਣ ਵਾਲੀ ਗਰਮੀ ਦੇ ਬਾਵਜੂਦ ਕਦੀ ਨਹੀਂ ਸੁੱਕਦਾ ਜਾਂ ਕਮਲਾਉਂਦਾ। ਇਹ ਇਸ ਲਈ ਕਿਉਂਕਿ ਇਸ ਦੇ ਹੇਠਾਂ ਧਰਤੀ ਵਿੱਚ ਇੱਕ ਛੱਪੜ ਹੈ, ਨਜ਼ਰਾਂ ਤੋਂ ਲੁਕਿਆ ਹੋਇਆ, ਜਿਹੜਾ ਦਰਖਤਾਂ ਨੂੰ ਠੰਡਾ ਤੇ ਜੀਵਨਦਾਤਾ ਪਾਣੀ ਦਿੰਦਾ ਰਹਿੰਦਾ ਹੈ। ਕੋਈ ਵਿਚਾਰ ਉਸ ਪ੍ਰਕਾਰ ਦਾ ਪਾਣੀ ਨਹੀਂ ਹੁੰਦਾ ਜਿਹੜਾ ਚਟਾਨਾਂ ਦੇ ਵਿੱਚੋਂ ਦੀ ਦੁੜੰਗੇ ਲਾਉਂਦਾ, ਫੁਹਾਰਾਂ ਦਾ ਬੱਦਲ ਛੱਡਦਾ ਹੋਇਆ ਹੇਠਾਂ ਆਉਂਦਾ ਹੈ। ਸਗੋਂ ਐਸਾ ਪਾਣੀ ਹੁੰਦਾ ਹੈ ਜਿਹੜਾ ਅੱਖਾਂ ਤੋਂ ਓਹਲੇ ਤਪੀ ਹੋਈ ਧਰਤੀ ਨੂੰ ਨਮੀ ਪਹੁੰਚਾਉਂਦਾ ਤੇ ਬੂਟਿਆਂ ਤੇ ਦਰਖਤਾਂ ਦੀਆਂ ਜੜ੍ਹਾਂ ਨੂੰ ਪਾਲਦਾ ਹੈ। ਇਹ ਸਭ ਕੁਝ ਕਹਿਣ ਤੋਂ ਤੁਹਾਡਾ ਕੀ ਮਤਲਬ? ਕਿਤਾਬਾਂ ਵਿਚਕਾਰ ਘਿਰਿਆ ਬੈਠਾ ਮੰਤਰੀ ਮੇਜ਼ ਨੂੰ ਆਪਣੇ ਮੁੱਕੇ ਨਾਲ ਕੁੱਟਦਾ ਹੋਇਆ ਕੂਕ ਉੱਠਿਆ। ਕੀ ਇਸ ਵਿੱਚ ਕੋਈ ਫਰਕ ਨਹੀਂ ਕਿ ਪਪਾਖਾ ਨੂੰ ਕੀ ਸਜਾ ਰਿਹਾ ਹੈ, ਚਿੱਟੀ ਪਗੜੀ ਜਾਂ ਲਾਲ ਰਿਬਨ ਜਾਂ 5 ਕੋਨਾ ਸਿਤਾਰਾ? ਕੀ ਇਸ ਵਿੱਚ ਕੋਈ ਫਰਕ ਨਹੀਂ ਕਿ ਆਦਮੀ ਨੇ ਆਪਣੀ ਛਾਤੀ ਉੱਤੇ ਕੀ ਲਾਇਆ ਹੋਇਆ ਹੈ, ਲਾਲ ਆਰਡਰ ਜਾਂ ਕਾਲਾ ਕ੍ਰਾਸ? ਸੋ ਤੁਹਾਡਾ ਖਿਆਲ ਹੈ ਕਿ ਸਭ ਤੋਂ ਮਹੱਤਵਪੂਰਨ ਚੀਜ਼ ਕੁਦਰਤੀ ਮਨੁੱਖੀ ਦਿਆਲਤਾ ਹੈ। ਬੰਦੇ ਨੂੰ ਇੱਕੋ ਵੇਲੇ ਤਨੂਸੀ ਔਲ ਦੇ ਹੁਸਨ ਵਰਗਾ ਨਹੀਂ ਹੋਣਾ ਚਾਹੀਦਾ। ਗਨੋਖ ਵਿੱਚ ਅਧਿਆਪਕ, ਗਿਨ ਵਚੂਤਲ ਵਿੱਚ ਯੁਵਕ ਕਮਿਊਨਿਸਟ ਲੀਗ ਦਾ ਪ੍ਰਬੰਧਕ ਤੇ ਖੂਨ ਜ਼ਾਕ ਵਿੱਚ ਮੁੱਲਾ। ਇਹੀ ਗੱਲ ਕਿਤਾਬ ਉੱਤੇ ਢੁੱਕਦੀ ਹੈ। ਨਹੀਂ, ਨਹੀਂ ਤੇ ਇੱਕ ਵਾਰੀ ਫੇਰ ਨਹੀਂ। ਵਿਚਾਰ ਇੱਕ ਝੰਡੇ ਵਾਂਗ ਹੁੰਦਾ ਹੈ ਜਿਸ ਨੂੰ ਨਜ਼ਰਾਂ ਤੋਂ ਲੁਕਾਇਆ ਨਹੀਂ ਜਾਣਾ ਚਾਹੀਦਾ। ਇਸ ਨੂੰ ਬੁਲੰਦ ਰੱਖਿਆ ਜਾਣਾ ਚਾਹੀਦਾ ਹੈ ਤੇ ਇਸ ਤਰ੍ਹਾਂ ਨਾਲ ਲਿਜਾਇਆ ਜਾਣਾ ਚਾਹੀਦਾ ਹੈ ਕਿ ਲੋਕ ਇਸ ਨੂੰ ਦੇਖ ਸਕਣ ਤੇ ਇਸ ਦੇ ਮਗਰ ਲੱਗ ਸਕਣ। ਆ ਜਿਹੜਾ ਇਹਨਾਂ ਲਫ਼ਜ਼ਾਂ ਉੱਤੇ ਇਤਰਾਜ਼ ਕਰਦਾ ਹੈ, ਰੱਬ ਕਰੇ ਉਸ ਦੀ ਪਤਨੀ ਉਸ ਵੱਲ ਬੇਵਫਾ ਹੋਵੇ। ਨੌਜਵਾਨ ਮੰਤਰੀ ਨੇ ਜਵਾਬ ਦਿੱਤਾ, ਪਰ ਤੁਸੀਂ ਜੋ ਚਾਹੁੰਦੇ ਹੋ ਉਹ ਇਹ ਕਿ ਝੰਡਾ ਉਹਨਾਂ ਲੋਕਾਂ ਤੋਂ ਵੱਖ ਰਹੇ ਜਿਹੜੇ ਇਸ ਵੱਲ ਦੇਖ ਰਹੇ ਹਨ। ਦੂਜੇ ਸ਼ਬਦਾਂ ਵਿੱਚ ਤੁਸੀਂ ਚਾਹੁੰਦੇ ਹੋ ਕਿ ਵਿਚਾਰ ਨੂੰ ਮਨੁੱਖਾ ਰੂਹਾਂ ਤੇ ਦਿਲਾਂ ਤੋਂ ਅੱਡ ਹੋ ਕੇ ਜਿਉਣਾ ਚਾਹੀਦਾ ਹੈ। ਤੁਸੀਂ ਉਹਨਾਂ ਨੂੰ ਦੋ ਵੱਖੋ ਵੱਖਰੇ ਛਕੜਿਆਂ ਵਿੱਚ ਰੱਖ ਦਿਓਗੇ, ਪਰ ਫਰਜ਼ ਕਰੋ ਦੋਵੇਂ ਛਕੜੇ ਵੱਖੋ ਵੱਖਰਾ ਰਾਹ ਫੜ ਲੈਂਦੇ ਹਨ। ਤੁਸੀਂ ਕਹਿੰਦੇ ਹੋ ਆਦਮੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਆਪ ਨੂੰ ਅਵਾਰ ਜਾਂ ਦਾਗਿਸਤਾਨੀ ਨਾ ਸਮਝੇ, ਸਗੋਂ ਸਿਰਫ ਇੱਕ ਸੋਵੀਅਤ ਸ਼ਹਿਰੀ ਸਮਝੇ। ਪਰ ਮੈਂ ਇੱਕ ਉਦਾਹਰਨ ਵਜੋਂ ਆਪਣੇ ਆਪ ਨੂੰ ਇੱਕੋ ਵੇਲੇ ਇੱਕ ਅਵਾਰ, ਦਾਗਿਸਤਾਨ ਦਾ ਸਪੂਤ ਤੇ ਸੋਵੀਅਤ ਸ਼ਹਿਰੀ ਸਮਝਦਾ ਹਾਂ। ਯਕੀਨਨ ਇਹ ਸੰਕਲਪ ਇੱਕ ਦੂਜੇ ਨੂੰ ਬੇਦਖਲ ਨਹੀਂ ਕਰਦੇ। ਇਹ ਸਾਰੇ ਜਾਣਦੇ ਹਨ ਕਿ ਦੁਨੀਆ ਕ੍ਰੈਮਲਿਨ ਤੋਂ ਸ਼ੁਰੂ ਹੁੰਦੀ ਹੈ। ਮੇਰਾ ਵੀ ਇਹੀ ਖਿਆਲ ਹੈ, ਪਰ ਮੇਰੇ ਲਈ ਦੁਨੀਆ ਮੇਰੇ ਉਸ ਘਰ ਤੋਂ ਵੀ ਜਿੱਥੇ ਮੈਂ ਜੰਮਿਆ ਸਾਂ, ਮੇਰੀ ਸਕਲੀਆ ਦੀਆਂ ਬਰੂਹਾਂ ਤੋਂ ਤੇ ਉਸ ਔਲ ਤੋਂ ਵੀ ਸ਼ੁਰੂ ਹੁੰਦੀ ਹੈ ਜਿਸ ਵਿੱਚ ਮੈਂ ਰਹਿੰਦਾ ਹਾਂ। ਕ੍ਰੈਮਲਿਨ ਤੇ ਮੇਰੀ ਔਲ, ਕਮਿਊਨਿਜ਼ਮ ਦੇ ਵਿਚਾਰ ਤੇ ਦੇਸ਼ ਭਗਤੀ ਦੀ ਭਾਵਨਾ ਪੰਛੀ ਦੇ ਦੋ ਪਰਾਂ ਵਾਂਗ ਹਨ, ਮੇਰੇ ਪੰਡੂਰ ਦੀਆਂ ਦੋ ਤਾਰਾਂ ਵਾਂਗ। ਕੋਈ ਇੱਕੋ ਲੱਤ ਉੱਤੇ ਕਿਉਂ ਕੁੱਦੇ? ਇਸੇ ਲਈ ਤੁਹਾਨੂੰ ਇਸ ਕਿਤਾਬ ਦਾ ਦੂਜਾ ਸਿਰਲੇਖ ਲੱਭਣਾ ਪਵੇਗਾ, ਉਹ ਸਿਰਲੇਖ ਜਿਹੜਾ ਇਸ ਦੇ ਅੰਦਰਲੇ ਤੱਤ ਨੂੰ ਪ੍ਰਗਟ ਕਰੇਗਾ। ਮੈਂ ਹਰ ਥਾਂ ਇਸ ਨੂੰ ਢੂੰਡਿਆ। ਭਾਰਤ ਵਿੱਚ ਆਪਣੀ ਯਾਤਰਾ ਦੇ ਦੌਰਾਨ ਮੈਂ ਦਾਗਿਸਤਾਨ ਬਾਰੇ ਸੋਚਦਾ ਹਾਂ। ਉਸ ਦੇਸ਼ ਦੇ ਪੁਰਾਤਨ ਸੱਭਿਆਚਾਰ ਵਿੱਚ ਤੇ ਉਸ ਦੀ ਫਿਲਾਸਫੀ ਵਿੱਚ ਮੈਨੂੰ ਕਿਸੇ ਰਹੱਸਮਈ ਆਵਾਜ਼ ਦੀ ਗੂੰਜ ਸੁਣਾਈ ਦਿੱਤੀ। ਮੇਰੇ ਦਾਗਿਸਤਾਨ ਦੀ ਆਵਾਜ਼ ਮੇਰੇ ਲਈ ਬੜੀ ਠੋਸ ਹੈ ਕਿਉਂਕਿ ਇਸ ਨੂੰ ਦੁਨੀਆ ਭਰ ਵਿੱਚ ਸੁਣਿਆ ਜਾ ਸਕਦਾ ਹੈ। ਐਸਾ ਸਮਾਂ ਸੀ ਜਦੋਂ ਸ਼ਬਦ ਦਾਗਿਸਤਾਨ ਸਿਰਫ ਖਾਲੀ ਘਾਟੀਆਂ ਤੇ ਨੰਗੀਆਂ ਚਟਾਨਾਂ ਵਿੱਚ ਹੀ ਗੂੰਜ ਪੈਦਾ ਕਰਦਾ ਸੀ। ਅੱਜ ਇਹ ਸਾਰੇ ਦੇਸ਼ ਵਿੱਚ, ਸਾਰੀ ਦੁਨੀਆ ਵਿੱਚ ਗੂੰਜਦਾ ਹੈ ਤੇ ਕਰੋੜਾਂ ਦਿਲ ਇਸ ਨੂੰ ਹੁੰਗਾਰਾ ਭਰਦੇ ਹਨ। ਮੈਂ
22 ਰੋਗ ਨਾਸ਼ਕ ਸੋਮਿਆਂ ਵਾਲੇ ਦੇਸ਼ ਨੇਪਾਲ ਦੇ ਬੋਧੀ ਮੰਦਰਾਂ ਵਿੱਚ ਵੀ ਦਾਗਿਸਤਾਨ ਬਾਰੇ ਸੋਚਦਾ ਹਾਂ। ਪਰ ਨੇਪਾਲ ਅਜੇ ਅਣਘੜਿਆ ਹੀਰਾ ਹੈ ਤੇ ਮੈਂ ਇਸ ਦੀ ਤੁਲਨਾ ਦਾਗਿਸਤਾਨ ਨਾਲ ਨਹੀਂ ਕਰ ਸਕਦਾ, ਕਿਉਂਕਿ ਦਾਗਿਸਤਾਨ ਦਾ ਹੀਰਾ ਪਹਿਲਾਂ ਹੀ ਇੱਕ ਤੋਂ ਬਹੁਤੇ ਸ਼ੀਸ਼ੇ ਕੱਟ ਚੁੱਕਾ ਹੈ। ਅਫਰੀਕਾ ਵਿੱਚ ਵੀ ਮੈਂ ਦਾਗਿਸਤਾਨ ਬਾਰੇ ਸੋਚਦਾ ਸਾਂ। ਉਹ ਧਰਤੀ ਮੈਨੂੰ ਐਸੀ ਕਟਾਰ ਦੀ ਯਾਦ ਦਿਵਾਉਂਦੀ ਸੀ ਜਿਸ ਦੇ ਫਲ ਦਾ ਚੌਥਾ ਹਿੱਸਾ ਹੀ ਇਸ ਦੇ ਮਿਆਨ ਵਿੱਚੋਂ ਨਿਕਲਿਆ ਹੋਇਆ ਹੈ। ਦੂਜੇ ਦੇਸ਼ਾਂ ਵਿੱਚ ਵੀ ਕੈਨੇਡਾ, ਬਰਤਾਨੀਆ, ਸਪੇਨ, ਮਿਸਰ ਜਾਂ ਜਾਪਾਨ ਵਿੱਚ ਵੀ ਮੈਂ ਦਾਗਿਸਤਾਨ ਬਾਰੇ ਸੋਚਦਾ ਸਾਂ, ਸਾਂਝਾਂ ਤੇ ਫਰਕ ਲੱਭਦਾ ਸਾਂ। ਇੱਕ ਵਾਰੀ ਯੂਗੋਸਲਾਵੀਆ ਦੇ ਦੌਰੇ ਸਮੇਂ ਮੈਂ ਐਡਰੀਆਟਿਕ ਤੱਟ ਉੱਪਰਲੇ ਅਦਭੁਤ ਸ਼ਹਿਰ ਦੁਬਰੋਵਨਿਕ ਵਿੱਚ ਗਿਆ। ਇਸ ਸ਼ਹਿਰ ਦੇ ਘਰ ਤੇ ਬਾਜ਼ਾਰ ਘਾਟੀਆਂ ਤੇ ਚਟਾਨਾਂ ਨਾਲ, ਅਣਗਿਣਤ ਕਿੰਗਰਿਆਂ ਤੇ ਵਦਾਣਾਂ ਵਾਲੇ ਟਿੱਲਿਆਂ ਨਾਲ ਮਿਲਦੇ ਹਨ। ਘਰਾਂ ਦੇ ਦਰਵਾਜ਼ੇ ਠੋਸ ਪੱਥਰਾਂ ਨਾਲ ਬਣੇ, ਕਦੀ-ਕਦੀ ਗੁਫਾਵਾਂ ਦੇ ਮੂੰਹਾਂ ਵਰਗੇ ਲੱਗਦੇ ਹਨ, ਪਰ ਇਹਨਾਂ ਲੰਮੀਆਂ ਆਧੁਨਿਕ ਇਮਾਰਤਾਂ ਦੇ ਨਾਲ ਹੀ ਮੱਧਕਾਲੀਨ ਸਗੋਂ ਪੁਰਾਤਨ ਸਮਿਆਂ ਵਿੱਚ ਵੀ ਬਚੀਆਂ ਇਮਾਰਤਾਂ ਘੁਲੀਆਂ ਮਿਲੀਆਂ ਖੜੀਆਂ ਹਨ। ਸ਼ਹਿਰ ਦੇ ਦੁਆਲੇ ਇੱਕ ਫਸੀਲ ਵਲੀ ਹੋਈ ਹੈ। ਮੈਂ ਡੂੰਘੀਆਂ ਤੇ ਤੰਗ ਗਲੀਆਂ ਤੇ ਪੱਥਰ ਦੀਆਂ ਪੌੜੀਆਂ ਰਾਹੀਂ ਫਸੀਲ ਦੇ ਉੱਤੇ ਚੜ੍ਹਿਆ। ਇਸ ਫਸੀਲ ਉੱਤੇ ਇੱਕੋ ਜਿਹੇ ਫਾਸਲੇ ਉੱਤੇ ਪੱਥਰ ਦੇ ਮੀਨਾਰ ਹਨ। ਉਹਨਾਂ ਵਿੱਚੋਂ ਹਰ ਇੱਕ ਵਿੱਚ 2-2 ਸ਼ੇਖ ਹਨ, ਗੁਸੈਲ ਅੱਖਾਂ ਵਰਗੇ। ਇਹ ਮੀਨਾਰ ਇਮਾਮ ਦੇ ਮੁਰੀਦਾਂ ਵਾਂਗ ਹਨ, ਆਪਣੀਆਂ ਚੌਂਕੀਆਂ ਉੱਤੇ ਇਕਸਾਰ ਤੇ ਲਗਨ ਨਾਲ ਖੜੋਤੇ ਹੋਏ। ਜਦੋਂ ਮੈਂ ਫਸੀਲ ਦੀ ਸਿਖਰ ਉੱਤੇ ਪੁੱਜਾ ਤਾਂ ਮੈਂ ਸ਼ੇਕਾਂ ਵਿੱਚੋਂ ਮੀਨਾਰ ਦੇ ਬਾਹਰ ਦੇਖਣਾ ਚਾਹੁੰਦਾ ਸਾਂ, ਪਰ ਸੈਲਾਨੀਆਂ ਦੇ ਹਜੂਮ ਨੇ ਮੈਨੂੰ ਰੋਕ ਲਿਆ, ਜਿਹੜੇ ਆਪ ਨੇੜੇ ਹੋ ਕੇ ਦੇਖਣਾ ਚਾਹੁੰਦੇ ਸਨ। ਜਿੱਥੇ ਮੈਂ ਖੜਾ ਸਾਂ ਉੱਥੋਂ ਸ਼ੇਕਾਂ ਵਿੱਚੋਂ ਦੀ ਮੈਨੂੰ ਜੋ ਕੁਝ ਦਿਸਦਾ ਸੀ ਉਹ ਸਨ ਕਿਸੇ ਨੀਲੀ ਜਿਹੀ ਚੀਜ਼ ਦੇ ਨਿੱਕੇ-ਨਿੱਕੇ ਟੋਟੇ। ਇਹ ਟੋਟੇ ਸ਼ੇਕਾਂ ਜਿੱਡੇ ਹੀ ਸਨ, ਜਿਹੜੇ ਹਥੇਲੀ ਤੋਂ ਵੱਡੇ ਨਹੀਂ ਸਨ। ਪਰ ਜਦੋਂ ਮੈਂ ਇੱਕ ਸ਼ੇਕ ਦੇ ਨੇੜੇ ਹੋਇਆ ਤਾਂ ਮੈਂ ਵਿਸ਼ਾਲ ਸਮੁੰਦਰ ਦਾ ਦ੍ਰਿਸ਼ ਦੇਖ ਕੇ ਹੈਰਾਨ ਰਹਿ ਗਿਆ, ਜਿਹੜਾ ਜਨਵਰੀ ਦੀ ਧੁੱਪ ਵਿੱਚ ਚਮਕਾਂ ਮਾਰਦਾ ਪਿਆ ਸੀ। ਸੁਖਦਾਈ, ਕਿਉਂਕਿ ਆਖਰ ਇਹ ਐਡਰੀਆਟਿਕ ਤੇ ਤੂਫਾਨੀ ਸੀ, ਕਿਉਂਕਿ ਆਖਰ ਇਹ ਜਨਵਰੀ ਦਾ ਮਹੀਨਾ ਸੀ। ਸਮੁੰਦਰ ਨੀਲਾ ਨਹੀਂ ਸਗੋਂ ਕਈ ਰੰਗਾਂ ਦਾ ਸੀ। ਇਹ ਆਪਣੀਆਂ ਲਹਿਰਾਂ ਚਟਾਨੀ ਤੱਟ ਨਾਲ ਸੁੱਟ ਰਿਹਾ ਸੀ ਤੇ ਲਹਿਰਾਂ ਤੱਟ ਨਾਲ ਬਿਜਲੀ ਦੀ ਗਰਜ ਨਾਲ ਆ ਕੇ ਵੱਜਦੀਆਂ ਤੇ ਵਾਪਸ ਰੜ ਜਾਂਦੀਆਂ ਸਨ। ਸਮੁੰਦਰ ਵਿੱਚ ਜਹਾਜ਼ ਤਰ ਰਹੇ ਸਨ ਤੇ ਹਰ ਜਹਾਜ਼ ਸਾਡੀ ਔਲ ਜਿੱਡਾ ਸੀ। ਉਸੇ ਵੇਲੇ ਮੈਂ, ਜਿਹੜਾ ਸੈਲਾਨੀਆਂ ਦੇ ਪਿੱਛੇ ਪੱਬਾਂ ਭਾਰ ਖੜਾ ਸਾਂ ਤਾਂ ਕਿ ਇਸ ਵਿਸ਼ਾਲ ਸੰਸਾਰ ਉੱਤੇ ਝਾਤ ਮਾਰ ਸਕਾਂ ਤੇ ਫਿਰ ਚੰਗੀ ਤਰ੍ਹਾਂ ਦੇਖਣ ਲਈ ਸ਼ੇਕ ਦੇ ਨੇੜੇ ਆ ਗਿਆ ਸਾਂ, ਫਿਰ ਦਾਗਿਸਤਾਨ ਨੂੰ ਯਾਦ ਕੀਤਾ। ਇਹ ਸਾਰਾ ਸਮਾਂ ਆਪਣੀ ਵਾਰੀ ਉਡੀਕਦਾ ਪਿੱਛੇ ਪੱਬਾਂ ਭਾਰ ਖੜਾ ਰਿਹਾ ਸਾਂ ਤੇ ਉਹਨਾਂ ਦੀਆਂ ਚੌੜੀਆਂ ਪਿੱਠਾਂ ਇਸ ਦਾ ਰਾਹ ਰੋਕੀ ਖੜੀਆਂ ਸਨ, ਜਿਹੜੇ ਬਥੇਰੇ ਖੁਸ਼ਕਿਸਮਤ ਸਨ ਤੇ ਅੱਗੇ ਖੜੇ ਸਨ। ਫਿਰ ਇਸਨੇ ਗੜੀ ਦੀ ਕੰਧ ਵਿਚਲੇ ਸ਼ੇਕ ਵਿੱਚੋਂ ਸਾਰੀ ਦੁਨੀਆ ਨੂੰ ਦੇਖਿਆ। ਹੁਣ ਇਹ ਵਿਸ਼ਾਲ ਸੰਸਾਰ ਨਾਲ ਰਲ ਮਿਲ ਚੁੱਕਾ ਸੀ ਤੇ ਆਪਣੇ ਨਾਲ ਆਪਣੀਆਂ ਰੋਹ ਰੀਤਾਂ, ਤੌਰ ਤਰੀਕੇ, ਗੀਤ ਤੇ ਮਾਣ ਦੀ ਭਾਵਨਾ ਲੈ ਕੇ ਆਇਆ ਸੀ। ਵੱਖੋ ਵੱਖਰੇ ਸਮੇਂ ਤੇ ਵੱਖੋ ਵੱਖਰੇ ਬਿੰਬਾਂ ਦੀ ਖੋਜ ਰਾਹੀਂ ਹਰ ਤਰ੍ਹਾਂ ਦੇ ਕਵੀਆਂ ਨੇ ਦਾਗਿਸਤਾਨ ਬਾਰੇ ਆਪਣੇ ਸੰਕਲਪਾਂ ਨੂੰ ਸ਼ਕਲ ਦੇਣ ਦੀ ਕੋਸ਼ਿਸ਼ ਕੀਤੀ ਹੈ। ਸੋਗੀ ਕਵੀ ਮਹਿਮੂਦ ਨੇ ਦਾਗਿਸਤਾਨ ਦੇ ਲੋਕਾਂ ਬਾਰੇ ਕਿਹਾ ਸੀ ਕਿ ਉਹ ਪਹਾੜੀ ਨਦੀਆਂ ਵਾਂਗ ਹਨ, ਜਿਹੜੀਆਂ ਲਗਾਤਾਰ ਇੱਕੋ ਧਾਰਾ ਵਿੱਚ ਇੱਕਮਿਕ ਹੋਣ ਦੀ ਕੋਸ਼ਿਸ਼ ਕਰਦੀਆਂ ਹਨ, ਪਰ ਇੰਜ ਨਹੀਂ ਕਰ ਸਕਦੀਆਂ ਤੇ ਆਪਣੇ ਆਪਣੇ ਤਰੀਕੇ ਵਹਿੰਦੀਆਂ ਰਹਿੰਦੀਆਂ ਹਨ। ਉਸਨੇ ਇਹ ਵੀ ਕਿਹਾ ਸੀ ਕਿ ਦਾਗਿਸਤਾਨ ਦੇ ਲੋਕ ਇੱਕ ਤਰ੍ਹਾਂ ਨਾਲ ਉਸਨੂੰ ਤੰਗ ਘਾਟੀ ਵਿੱਚ ਉੱਗਦੇ ਫੁੱਲਾਂ ਦੀ ਯਾਦ ਦਿਵਾਉਂਦੇ ਹਨ, ਜਿਹੜੇ ਇੱਕ ਦੂਜੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ ਪਰ ਗਲਵਕੜੀ ਨਹੀਂ ਪਾ ਸਕਦੇ। ਪਰ ਕੀ ਦਾਗਿਸਤਾਨ ਦੇ ਲੋਕ
ਹੁਣ ਮਿਲ ਕੇ ਇੱਕੋ ਇੱਕ ਪਹਾੜੀ ਧਾਰਾ, ਇੱਕੋ ਇੱਕ ਗੁਲਦਸਤਾ ਨਹੀਂ ਬਣ ਗਏ? ਵਾਤੀ ਰਾਏ ਨੇ ਇੱਕ ਵਾਰੀ ਕਿਹਾ ਸੀ, ਜਿਸ ਤਰ੍ਹਾਂ ਕੋਈ ਗਰੀਬ ਆਪਣਾ ਪਾਟਾ ਹੋਇਆ ਭੇਡ ਦੀ ਖੱਲ ਵਾਲਾ ਕੋਟ ਦੂਰ ਤੋਂ ਦੂਰ ਹਨੇਰੇ ਕੋਨੇ ਵਿੱਚ ਸੁੱਟ ਛੱਡਦਾ ਹੈ, ਦਾਗਿਸਤਾਨ ਨੂੰ ਵੀ ਮਰੋੜ ਮਰਾੜ ਕੇ ਪਹਾੜੀ ਘਾਟੀਆਂ ਵਿੱਚ ਸੁੱਟ ਦਿੱਤਾ ਗਿਆ ਹੋਇਆ ਹੈ। ਦਾਗਿਸਤਾਨ ਦਾ ਇਤਿਹਾਸ ਪੜ੍ਹਨ ਤੋਂ ਪਿੱਛੋਂ ਪਿਤਾ ਜੀ ਨੇ ਇਸ ਦੀ ਤੁਲਨਾ ਸ਼ਰਾਬ ਪੀਣ ਵਾਲੇ ਸਿੰਘ ਨਾਲ ਕੀਤੀ ਸੀ, ਜਿਹੜਾ ਸ਼ਰਾਬ ਦੇ ਦੌਰ ਸਮੇਂ ਆਮ ਕਰਕੇ ਮੇਜ਼ ਉੱਤੇ ਹੱਥੋਂ ਹੱਥੀ ਫੇਰਿਆ ਜਾਂਦਾ ਹੈ। ਮੇਰੇ ਦਾਗਿਸਤਾਨ, ਮੈਂ ਤੇਰੀ ਕਿਸ ਦੇ ਨਾਲ ਤੁਲਨਾ ਕਰਾਂ? ਤੇਰੀ ਕਹਾਣੀ ਤੇ ਤੇਰੀ ਹੋਣੀ ਬਾਰੇ ਆਪਣੇ ਵਿਚਾਰਾਂ ਨੂੰ ਜ਼ੁਬਾਨ ਦੇਣ ਲਈ ਮੈਂ ਕਿਹੜੀ ਬਿੰਬਾਵਲੀ ਵਰਤਾਂ? ਸ਼ਾਇਦ ਜ਼ਿਆਦਾ ਸੁੰਦਰ ਤੇ ਜ਼ਿਆਦਾ ਢੁਕਵੇਂ ਸ਼ਬਦ ਮਗਰੋਂ ਮੈਨੂੰ ਔੜਨਗੇ, ਪਰ ਅੱਜ ਮੈਂ ਕਹਿੰਦਾ ਹਾਂ, ਇੱਕ ਨਿੱਕੀ ਜਿਹੀ ਬਾਰੀ ਜਿਹੜੀ ਦੁਨੀਆ ਦੇ ਵਿਸ਼ਾਲ ਸਾਗਰ ਉੱਪਰ ਝਾਤੀ ਪਵਾਉਂਦੀ ਹੈ, ਜਾਂ ਸੰਖੇਪ ਵਿੱਚ ਮਹਾਸਾਗਰ ਵੱਲ ਖੁੱਲ੍ਹਦੀ ਨਿੱਕੀ ਬਾਰੀ। ਤਾਂ ਮੇਰੇ ਮੰਤਰੀਓ, ਤੁਹਾਡੇ ਸਾਹਮਣੇ ਕਿਤਾਬ ਦਾ ਦੂਜਾ ਨਾਮ ਹੈ ਜਿਹੜਾ ਮੈਂ ਲਿਖਣ ਲੱਗਾ ਹਾਂ। ਮੈਂ ਮੰਨਦਾ ਹਾਂ ਕਿ ਮੇਰੇ ਦਾਗਿਸਤਾਨ ਦੇ ਗੁਆਂਢੀ ਦੂਜੇ ਦੇਸ਼ ਵੀ ਆਪਣੇ ਬਾਰੇ ਉਹੀ ਕਹਿ ਸਕਦੇ ਹਨ। ਤਾਂ ਕੀ ਹੋਇਆ, ਉਸ ਨੂੰ ਕੁਝ ਨਾਂ ਸਰਨਾਮੇ ਮਿਲ ਜਾਣਗੇ। ਮੈਂ ਤੁਹਾਨੂੰ ਆਪਣੇ ਪਪਾਖਾ ਪੇਸ਼ ਕਰਦਾ ਹਾਂ, ਮੇਰਾ ਦਾਗਿਸਤਾਨ, ਤੇ ਇਸ ਪਪਾਖਾ ਦੇ ਉੱਪਰਲਾ ਸਿਤਾਰੇ ਵਾਲਾ ਬੈਜ ਹੈ ਮਹਾਸਾਗਰ ਵੱਲ ਖੁੱਲ੍ਹਦੀ ਨਿੱਕੀ ਬਾਰੀ। ਵਜਾਉਣਾ ਸ਼ੁਰੂ ਕਰਨ ਵਾਲੇ ਵਾਂਗ ਮੈਂ ਆਪਣਾ 2 ਤਾਰਾਂ ਵਾਲਾ ਪੰਡੂਰ ਸੁਰ ਕਰ ਲਿਆ ਹੈ। ਸਿਉਣਾ ਸ਼ੁਰੂ ਕਰਨ ਵਾਲੇ ਵਾਂਗ ਮੈਂ ਆਪਣੀ ਸੂਈ ਵਿੱਚ ਧਾਗਾ ਪਾ ਲਿਆ ਹੈ। ਮੇਰੇ ਮੰਤਰੀਆਂ ਨੇ ਕਿਤਾਬ ਦੇ ਨਾਮ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਤਰ੍ਹਾਂ ਕਿਸੇ ਕੌਮਾਂਤਰੀ ਕਾਨਫਰੰਸ ਵਿੱਚ ਆਖਰ ਮੰਤਰੀ ਏਜੰਡੇ ਨੂੰ ਪ੍ਰਵਾਨਗੀ ਦੇ ਦਿੰਦੇ ਹਨ। ਇੰਜ ਵਾਪਰ ਸਕਦਾ ਹੈ ਕਿ 2 ਭਰਾ ਇੱਕੋ ਘੋੜੇ ਉੱਤੇ ਸ਼ਾਂਤੀ ਨਾਲ ਸਵਾਰੀ ਕਰੀ ਜਾਣ। ਇਹ ਵੀ ਵਾਪਰ ਸਕਦਾ ਹੈ ਕਿ ਇੱਕੋ ਸ਼ਾਹ ਸਵਾਰ ਇੱਕੋ ਲਗਾਮ ਨਾਲ 2 ਘੋੜਿਆਂ ਨੂੰ ਪਾਣੀ ਡਾਉਣ ਲਈ ਲਿਆ ਜਾਏ। ਅਬੂ ਤਾਲਬ ਨੇ ਕਿਹਾ ਸੀ, ਉਸਨੇ ਲਿਓ ਟਾਲਸਟੋਏ ਦੇ ਟੋਪ ਵਰਗਾ ਟੋਪ ਖਰੀਦ ਲਿਆ ਹੈ। ਉਹ ਉਸ ਤਰ੍ਹਾਂ ਦਾ ਸਿਰ ਕਿੱਥੋਂ ਖਰੀਦ ਸਕਦਾ ਹੈ? ਕਹਾਵਤ ਹੈ, ਉਸ ਨੂੰ ਚੰਗਾ ਨਾਂ ਤਾਂ ਦੇ ਦਿੱਤਾ ਗਿਆ ਹੈ, ਉਹ ਆਦਮੀ ਕਿਸ ਤਰ੍ਹਾਂ ਦਾ ਬਣੇਗਾ?